ਸਾਰੇ ਪਾਰਟਿਸਪੈਂਟਸ ਨੂੰ ਜੀ ਆਇਆਂ ਨੂੰ ਆਖਦੇ ਹਾਂ। ਆਓ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਕਲਾਸ ਦੀ ਆਰੰਭਤਾ ਤੋਂ ਪਹਿਲੇ ਮੂਲ ਮੰਤਰ ਗੁਰਮੰਤਰ ਦਾ ਜਾਪ ਕਰ ਲਈਏ। ਕਰਤਾ ਪੁਰਖ ਅਕਾਲ ਮੂਰਤ ਅਜੂਨੀ तो ਅੱਜ ਦੀ ਇਸ ਪ੍ਰੈਜੈਂਟੇਸ਼ਨ ਦਾ ਜੋ ਵਿਸ਼ਾ ਹੈ ਉਹ ਗੁਰਬਾਣੀ ਦੀ ਪੰਕਤੀ ਦੇ ਵਿੱਚੋਂ ਇੱਕ ਹਿੱਸਾ ਲੈ ਕੇ ਰੱਖਿਆ ਗਿਆ ਹੈ। ਚਿੰਤਾ ਲਾਹੇ ਹਮਾਰੀ। ਸਾਡੇ ਸਭ ਦੀ ਇਹ ਮੰਗ ਹੈ, ਇੱਛਾ ਹੈ ਕਿ ਸਾਨੂੰ ਜੋ ਚਿੰਤਾ ਚੰਬੜਦੀ ਹੈ ਉਹ ਲੈ ਜਾਵੇ, ਸਾਡੇ ਤੋਂ ਦੂਰ ਹੋ ਜਾਵੇ। ਇਸ ਤੋਂ ਪਹਿਲਾਂ ਕਿ ਅਸੀਂ ਇਸ ਵਿਸ਼ੇ ਤੇ ਵਿਚਾਰ ਆਰੰਭ ਕਰੀਏ, ਥੋੜਾ ਜਿਹਾ ਇਸ ਦੇ ਪਿਛੋਕੜ ਬਾਰੇ ਮੈਂ ਜਾਣਕਾਰੀ ਦੇਣੀ ਚਾਹਾਂਗਾ। ਇਹ ਗੁਰਬਾਣੀ ਵਿੱਚੋਂ ਤਾਂ ਸੇਧ ਲਈ ਗਈ ਹੈ, ਇਹਦੇ ਅੰਦਰ ਜੋ ਨੁਕਤੇ ਅਸੀਂ ਸਾਂਝੇ ਕਰਨ ਜਾ ਰਹੇ ਹਾਂ, ਗੁਰਬਾਣੀ ਤੋਂ ਸੇਧ ਤਾਂ ਲਿੱਤੀ ਹੀ ਗਈ ਹੈ। ਕੁਝ ਮਨੋਵਿਗਿਆਨਿਕ ਤੇ ਜੋ ਮਨੋਰੋਗਾਂ ਦੇ ਮਾਹਿਰ ਨੇ, ਉਹਨਾਂ ਦੇ ਵਿਚਾਰਾਂ ਨੂੰ ਵੀ ਚੁਣ ਕੇ ਇਹਦੇ ਅੰਦਰ ਪੇਸ਼ ਕੀਤਾ ਗਿਆ ਹੈ। ਇਹਦੇ ਵਿੱਚ ਇੱਕ ਅੱਜ ਤੋਂ ਕੋਈ 50 ਕੁ ਸਾਲ ਪਹਿਲਾਂ ਮੈਂ ਕਿਤਾਬ ਪੜ੍ਹੀ ਸੀ, ਇੱਕ ਅਮਰੀਕਨ ਆਥਰ ਡੇਲ ਕਾਰਨੇਗੀ ਦੀ ਲਿਖੀ ਹੋਈ ਹਾਊ ਟੂ ਸਟਾਪ ਵਰਿੰਗ ਐਂਡ ਸਟਾਰਟ ਲਿਵਿੰਗ। ਉਸ ਕਿਤਾਬ ਵਿੱਚੋਂ ਵੀ ਕਾਫੀ ਸਹਾਇਤਾ ਲਿੱਤੀ ਗਈ ਹੈ। ਸੋ ਸਭ ਤੋਂ ਪਹਿਲਾਂ ਅਸੀਂ ਜਾਣ ਲਈਏ ਕਿ ਸਲਾਈਡ ਸ਼ੋਅ ਵਿੱਚ ਕੀ ਹੈ। ਚਿੰਤਾ ਕਰਨ ਨਾਲ ਕੀ ਹੁੰਦਾ ਹੈ, ਵੀ ਚਿੰਤਾ ਜੇ ਸਾਨੂੰ ਲੱਗ ਜਾਏ ਤਾਂ ਉਹਦਾ ਸਾਡੇ ਮਨ ਔਰ ਸਾਡੇ ਸਰੀਰ ਦੇ ਉੱਤੇ ਕੀ ਅਸਰ ਹੋਏਗਾ, ਉਹਦੇ ਕੀ ਨੁਕਸਾਨ ਹੋਣਗੇ, ਕੁਝ ਇਹਦੇ ਬਾਰੇ ਜਾਣਕਾਰੀ ਲਵਾਂਗੇ। ਫਿਰ ਚਿੰਤਾ ਕਿਹੜੇ ਕਾਰਨਾਂ ਕਰਕੇ ਹੁੰਦੀ ਹੈ। ਕਿਸੇ ਵੀ ਬਿਮਾਰੀ ਦਾ ਇਲਾਜ ਕਰਨਾ ਹੋਵੇ ਤੇ ਜੇ ਉਹਦੀ ਵਜ੍ਹਾ ਪਤਾ ਹੋਵੇ ਤਾਂ ਉਹਦਾ ਹੱਲ ਕਰਨ ਵਾਸਤੇ, ਇਲਾਜ ਕਰਨ ਵਿੱਚ ਕਾਫੀ ਸਹਾਇਤਾ ਮਿਲਦੀ ਹੈ। ਤੋ ਜਿਨ੍ਹਾਂ ਕਾਰਨਾਂ ਕਰਕੇ ਚਿੰਤਾ ਸਾਨੂੰ ਲੱਗਦੀ ਹੈ, ਕੁਝ ਵਿਚਾਰ ਉਹਦੇ ਬਾਰੇ ਕਰਾਂਗੇ। ਫਿਰ ਇਸ ਤੋਂ ਬਚਣ ਦੇ ਕੀ ਉਪਾਅ ਹਨ। ਹੁਣ ਜੇ ਬਿਮਾਰੀ ਸਾਨੂੰ ਪਤਾ ਲੱਗ ਗਈ ਹੈ, ਕਾਰਨ ਪਤਾ ਹੈ, ਤਾਂ ਹੁਣ ਉਹਦਾ ਇਲਾਜ ਕਰਨ ਵਾਸਤੇ ਤਰੀਕਾ ਕੀ ਹੈ, ਕੀ ਉਪਾਅ ਕੀਤਾ ਜਾ ਸਕਦਾ ਹੈ, ਇਹ ਉਹਦੇ ਬਾਰੇ ਕੁਝ ਗੱਲ ਕਰਾਂਗੇ।
ਉਸ ਤੋਂ ਬਾਅਦ ਗੁਰਬਾਣੀ ਸਾਨੂੰ ਕੀ ਸੇਧ ਦਿੰਦੀ ਹੈ ਇਸ ਬਾਰੇ, ਇਹ ਜਿਹੜੀ ਹੈ ਇਹ ਗੱਲ ਅਸੀਂ ਆਪ ਜੀ ਨਾਲ ਸਾਂਝੀ ਕਰਾਂਗੇ। ਤੇ ਅੰਤ ਦੇ ਵਿੱਚ ਸਾਰੀ ਵਿਚਾਰ ਦੀ ਜੋ ਸਮਰੀ ਹੈ, ਉਹ ਉਹਦਾ ਜੋ ਨਿਚੋੜ ਹੈ, ਉਹ ਆਪ ਜੀ ਦੇ ਨਾਲ ਸਾਂਝਾ ਕਰਾਂਗੇ। ਸੋ ਆਰੰਭ ਕਰਦੇ ਹਾਂ। ਜਿਵੇਂ ਹੁਣੇ ਵੀਰ ਜੀ ਨੇ ਪੰਕਤੀ ਪੜ੍ਹ ਕੇ ਸੁਣਾਈ ਸੀ, ਗੁਰੂ ਨਾਨਕ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਰਾਮਕਲੀ ਦੱਖਣੀ ਰਾਗ ਦੇ ਅੰਦਰ ਓਂਕਾਰ ਬਾਣੀ ਹੈ। ਉਸ ਦੇ ਅੰਦਰ ਇੱਕ ਪੰਕਤੀ ਆਉਂਦੀ ਹੈ, ਚਿੰਤਤ ਹੀ ਦਿਸੈ ਸਭ ਕੋਇ, everyone appears to be worried। ਇੱਕ ਗੱਲ ਮੈਂ ਹੋਰ ਸਾਂਝੀ ਕਰ ਦੇਣੀ ਚਾਹੁੰਦਾ ਹਾਂ ਕਿ ਕਿਉਂਕਿ ਇਸ ਕਿਤਾਬ ਦੇ ਵਿੱਚ, ਇਸ ਪ੍ਰੈਜੈਂਟੇਸ਼ਨ ਦੇ ਵਿੱਚ ਅੰਗਰੇਜ਼ੀ ਦੀ ਕਿਤਾਬਾਂ ਦੇ ਵਿੱਚੋਂ ਕਾਫੀ ਸਹਾਇਤਾ ਲਈ ਗਈ ਹੈ ਤੇ ਕਾਫੀ ਸਾਰਾ ਮਟੀਰੀਅਲ ਜੋ ਹੈ, ਸਲਾਈਡਾਂ ਜਿਹੜੀਆਂ ਹਨ ਉਹ ਇੰਗਲਿਸ਼ ਵਿੱਚ ਹੀ ਲਿਖੀਆਂ ਗਈਆਂ ਹਨ ਤੇ ਮੈਨੂੰ ਉਮੀਦ ਹੈ ਕਿ ਸਾਰਿਆਂ ਨੂੰ ਸਮਝ ਆ ਹੀ ਜਾਣਗੀਆਂ, ਪਰ ਫਿਰ ਵੀ ਮੈਂ ਨਾਲ ਦੇ ਨਾਲ ਆਪਣੇ ਵੱਲੋਂ ਪੰਜਾਬੀ ਉਹਦਾ ਤਰਜਮਾ ਨਾਲ ਦੇ ਨਾਲ ਬੋਲਦਾ ਰਹਾਂਗਾ। ਤੋ ਬਾਣੀ ਦਾ ਫਰਮਾਨ ਹੈ ਕਿ ਸਭ ਕੋਈ ਚਿੰਤਾ ਵਿੱਚ ਗ੍ਰਸਤ ਨਜ਼ਰ ਆਉਂਦਾ ਹੈ। ਤੋ ਕੋਈ ਸਵਾਲ ਕਰ ਸਕਦਾ ਹੈ ਕਿ ਵੀ ਜੇ ਸਾਰੇ ਹੀ ਚਿੰਤਤ ਰਹਿੰਦੇ ਹਨ ਤੇ ਫਿਰ ਕਿਹੜੀ ਵੱਡੀ ਗੱਲ ਹੈ, ਫਿਰ ਤੇ ਰਹਿੰਦੇ ਹੀ ਹਨ, ਇਹਦੇ ਬਾਰੇ ਫਿਰ ਜ਼ਿਆਦਾ ਸੋਚਣ ਦੀ ਵੀ ਕੀ ਲੋੜ ਹੈ। ਪਰ ਐਸੀ ਗੱਲ ਨਹੀਂ ਹੈ। ਥੋੜੀ ਜਿਹੀ ਇਹ ਜਾਣਕਾਰੀ ਅਸੀਂ ਲੈ ਲਈਏ ਕਿ ਚਿੰਤਾ ਕਰਨ ਨਾਲ ਹੁੰਦਾ ਕੀ ਹੈ। ਤੋ ਜੋ ਮਨੋਵਿਗਿਆਨੀਆਂ ਨੇ ਔਰ ਡਾਕਟਰਾਂ ਨੇ ਜੋ ਸਟੱਡੀ ਕਰਕੇ ਇਹਦੇ ਬਾਰੇ ਜੋ ਨਿਰਣੇ ਕੀਤੇ ਹਨ, ਤੋ ਜਿਹੜੀ ਤਕਲੀਫਾਂ ਚਿੰਤਾ ਕਰਨ ਦੇ ਨਾਲ ਹੋ ਸਕਦੀਆਂ ਨੇ, ਉਹ ਉਹਨਾਂ ਦੀ ਲਿਸਟ ਤੁਹਾਡੀ ਸਕਰੀਨ ਤੇ ਸਾਹਮਣੇ ਆ ਰਹੀ ਹੈ। ਹਾਰਟ ਟਰਬਲ, ਦਿਲ ਦਾ ਰੋਗ, ਰਿਮੈਟਿਜ਼ਮ ਗਠੀਆ, ਕੋਲਡ ਜ਼ੁਕਾਮ, ਡਾਇਬੀਟੀਜ਼ ਸ਼ੱਕਰ ਰੋਗ, ਇਨਸੈਨਿਟੀ ਪਾਗਲਪਨ, ਟੂਥ ਡਿਕੇ ਦੰਦਾਂ ਦੇ ਰੋਗ, ਬਲੱਡ ਪ੍ਰੈਸ਼ਰ ਖੂਨ ਦਾ ਜੋ ਦਬਾਅ ਹੈ ਉਹ ਵੱਧ ਜਾਣਾ, ਸਟੋਮਕ ਅਲਸਰਸ ਪੇਟ ਦੇ ਅੰਦਰ ਮਾਨੋ ਜ਼ਖਮ ਹੋ ਜਾਂਦੇ ਹਨ, ਥਾਇਰਾਇਡ ਦੀ ਪ੍ਰੋਬਲਮ, ਉਹਦੇ ਨਾਲ ਘਬਰਾਹਟ ਔਰ ਹੋਰ ਸਾਹ ਤੇਜ਼ ਚੱਲਣਾ, ਕਈ ਇਸ ਤਰ੍ਹਾਂ ਦੀਆਂ ਨਾਲ ਹੋਰ ਪ੍ਰੋਬਲਮ ਆ ਜਾਂਦੀਆਂ। ਹੈਲੂਸੀਨੇਸ਼ਨਸ ਭਰਮ ਦਾ ਜਾਲ ਦਿਮਾਗ ਦੇ ਅੰਦਰ, ਕਈ ਤਰ੍ਹਾਂ ਦੇ ਭਰਮ, ਕਈ ਤਰ੍ਹਾਂ ਦੇ ਵਹਿਮ ਦਿਮਾਗ ਵਿੱਚ ਪੈ ਜਾਂਦੇ ਹਨ। ਮੈਨੂੰ ਲੋਕ ਮਾਰਨਾ ਚਾਹੁੰਦੇ ਹਨ, ਮੇਰੇ ਮਗਰ ਲੋਕੀ ਪਏ ਹੋਏ ਹਨ, ਤੋ ਉਹਨੂੰ ਹਰ ਤਰ੍ਹਾਂ ਦੇ ਹਰ ਆਸੇ ਪਾਸੇ ਤੋਂ ਖਤਰੇ ਨਜ਼ਰ ਆਉਂਦੇ ਹਨ। ਫਿਰ ਆਰਥਰਾਈਟਿਸ ਤੇ ਅੰਤ ਵਿੱਚ ਡਾਕਟਰਾਂ ਨੇ ਜੋ ਗੱਲ ਲਿਖੀ ਹੈ ਕਿ ਜੇ ਚਿੰਤਾ ਦੇ ਅੱਤ ਹੋ ਜਾਵੇ, ਉਸ ਹਾਲਤ ਦੇ ਅੰਦਰ ਚਿੰਤਾ ਦੀ ਵਜ੍ਹਾ ਕਰਕੇ ਮੌਤ ਵੀ ਹੋ ਸਕਦੀ ਹੈ। ਅਮਰੀਕਨ ਇੱਕ ਸੁਸਾਇਟੀ ਹੈ GCS ਹਸਪੀਟਲ ਐਸੋਸੀਏਸ਼ਨ, ਉਹਦੇ ਕੋਈ ਚੀਫ ਫਿਜ਼ੀਸ਼ੀਅਨ ਸੀਗੇ ਡਾਕਟਰ OF ਗੋਬਰ। ਇਹ ਬੜੀ ਪੁਰਾਣੀ ਕੋਟੇਸ਼ਨ ਹੈ। ਉਹ ਕਹਿੰਦੇ ਹਨ ਕਿ 70% of all patients who come to physicians could cure themselves if they only got rid of their fears and worries. I don't mean that their ills are imaginary. They are as real as a throbbing toothache and sometimes 100 times more serious. ਉਹਨਾਂ ਦਾ ਕਹਿਣਾ ਹੈ ਕਿ ਜਿੰਨੇ ਵੀ ਮਰੀਜ਼ ਡਾਕਟਰਾਂ ਕੋਲ ਜਾਂਦੇ ਹਨ, ਉਹਨਾਂ ਵਿੱਚੋਂ 70% ਆਪਣੇ ਆਪ ਨੂੰ ਅਰੋਗ ਕਰ ਸਕਦੇ ਹਨ, ਠੀਕ ਕਰ ਸਕਦੇ ਹਨ, ਬਸ਼ਰਤੇ ਕਿ ਉਹ ਆਪਣੇ ਅੰਦਰੋਂ ਡਰ ਅਤੇ ਚਿੰਤਾ ਨੂੰ ਖਤਮ ਕਰ ਲੈਣ। ਉਹ ਕਹਿੰਦੇ ਮੇਰਾ ਇਹ ਮਤਲਬ ਨਹੀਂ ਹੈ ਕਿ ਉਹਨਾਂ ਦੀਆਂ ਬਿਮਾਰੀਆਂ ਫਰਜ਼ੀ ਨੇ, ਉਹ ਬਿਲਕੁਲ ਅਸਲੀ ਨੇ, ਉਨੀਆਂ ਹੀ ਅਸਲੀ ਨੇ ਜਿੰਨੀ ਕਿ ਜਦੋਂ ਕਿਸੇ ਬੰਦੇ ਨੂੰ ਦੰਦ ਵਿੱਚ ਦਰਦ ਹੁੰਦਾ ਹੈ ਕਿ ਉਹਦੀ ਤੜਫਣ ਵਾਲੀ ਹਾਲਤ ਹੁੰਦੀ ਹੈ। ਕਈ ਵਾਰੀ ਇਦੋਂ ਵੀ 100 ਗੁਣਾ ਜ਼ਿਆਦਾ ਸੀਰੀਅਸ ਬਿਮਾਰੀ ਉਹਨਾਂ ਨੂੰ ਹੁੰਦੀ ਹੈ, ਪਰ ਇਸ ਦੇ ਬਾਵਜੂਦ ਉਹਨਾਂ ਦਾ ਮੰਨਣਾ ਹੈ ਕਿ 70% ਲੋਕ ਇਹਨਾਂ ਬਿਮਾਰੀਆਂ ਤੋਂ ਆਪਣੇ ਆਪ ਨੂੰ ਠੀਕ ਕਰ ਸਕਦੇ ਹਨ ਜੇ ਉਹ ਕਿਤੇ ਚਿੰਤਾ ਤੋਂ ਮੁਕਤੀ ਪਾ ਲੈਣ। ਤਾਂ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਚਿੰਤਾ ਸਭ ਨੂੰ ਹੁੰਦੀ ਹੈ, ਕਿ ਉਹ ਚਿੰਤਾ ਵੱਡੇ ਲੋਕਾਂ ਨੂੰ ਵੀ ਹੁੰਦੀ ਹੈ, ਅਮੀਰਾਂ ਨੂੰ ਵੀ ਹੁੰਦੀ ਹੈ। ਕਈ ਲੋਕਾਂ ਦੇ ਮਨਾਂ 'ਚ ਵਿਚਾਰ ਆਉਂਦਾ ਹੈ ਕਿ ਵੀ ਇਹ ਤਾਂ ਪ੍ਰੋਬਲਮ ਬਹੁਤੀ ਧਨ ਦੀ ਘਾਟ ਕਰਕੇ, ਸਹੂਲਤਾਂ ਦੀ ਘਾਟ ਕਰਕੇ ਹੁੰਦੀ ਹੈ। ਜਿਹੜੇ ਲੋਕ ਆਪਣੀ ਜ਼ਿੰਦਗੀ ਜਿਉਣ ਵਾਸਤੇ ਸਟਰਗਲ ਕਰਦੇ ਰਹਿੰਦੇ ਹਨ, ਰੋਟੀ ਪਾਣੀ ਦੇ ਆਹਰ ਤੋਂ ਹੀ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਚੈਨ ਨਹੀਂ ਮਿਲਦਾ, ਬਹੁਤੀ ਚਿੰਤਾ ਤਾਂ ਉਹਨਾਂ ਲੋਕਾਂ ਨੂੰ ਹੁੰਦੀ ਹੈ। ਉਹ ਜਿਹੜੇ ਅਮੀਰ ਹਨ, ਜਿਨ੍ਹਾਂ ਕੋਲ ਦੌਲਤ ਦੀ ਕਮੀ ਨਹੀਂ ਹੈ, ਉਹਨਾਂ ਨੂੰ ਕਾਹਦੀ ਚਿੰਤਾ ਹੋਏਗੀ। ਪਰ
ਗੁਰਬਾਣੀ ਸਾਨੂੰ ਸੇਧ ਦਿੰਦੀ ਹੈ। ਗੁਰੂ ਅਰਜਨ ਪਾਤਸ਼ਾਹ ਦਾ ਫਰਮਾਨ ਹੈ ਪੰਨਾ 188 ਤੇ ਗੌੜੀ ਰਾਗ ਦੇ ਅੰਦਰ ਕਿ ਵੱਡੇ ਵੱਡੇ ਜੋ ਦੀਸੈ ਲੋਗ ਤਿਨਕੋ ਵਿਆਪੈ ਚਿੰਤਾ ਰੋਗ। ਕੌਣ ਵੱਡਾ? ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵ ਲਾਈ। ਗੁਰੂ ਪਾਤਸ਼ਾਹ ਕਹਿੰਦੇ ਹਨ ਕਿ ਜੋ ਵੱਡੇ ਵੱਡੇ ਲੋਕ ਦਿਸਦੇ ਹਨ, ਮਾਇਆਧਾਰੀ ਜਾਂ ਹੋਰ ਉੱਚੇ ਅਹੁਦਿਆਂ ਤੇ ਬੈਠੇ ਹੋਏ, ਉਹਨਾਂ ਨੂੰ ਵੀ ਇਹ ਚਿੰਤਾ ਦਾ ਰੋਗ ਵਿਆਪਦਾ ਹੈ। ਉਹਨਾਂ ਨੂੰ ਵੀ ਲੱਗਦਾ ਹੈ ਕੇਵਲ ਨਿਰੋਲ ਮਾਇਆ ਦੇ ਕਰਕੇ ਕਿਹਨੂੰ ਵਡਿਆਈ ਮਿਲਦੀ ਹੈ। ਕੌਣ ਵੱਡਾ ਹੁੰਦਾ ਮਾਇਆ ਦੀ ਵਡਿਆਈ ਨਾਲ? ਕੋਈ ਵੱਡਾ ਨਹੀਂ ਹੁੰਦਾ। ਅਸਲ ਵੱਡਾ ਉਹੀ ਹੈ ਜਿਨ੍ਹਾਂ ਦੀ ਸੁਰਤ ਉਸ ਰਮੇ ਹੋਏ ਰਾਮ ਸਰਵ ਵਿਆਪਕ ਪਰਮਾਤਮਾ ਦੇ ਨਾਲ ਜਿਨ੍ਹਾਂ ਦੀ ਸੁਰਤ ਜੁੜਦੀ ਹੈ, ਉਹ ਹੀ ਅਸਲ ਵੱਡੇ ਹਨ। ਮਾਇਆ ਦੇ ਕਰਕੇ ਕੋਈ ਵੱਡਾ ਨਹੀਂ ਹੋ ਸਕਦਾ ਤੇ ਨਾ ਹੀ ਚਿੰਤਾ ਮੁਕਤ ਹੋ ਸਕਦਾ ਹੈ। ਤੋ ਇੱਕ ਸਿਆਣੇ ਦਾ ਹੋਰ ਕਥਨ ਹੈ ਇਸ ਬਾਰੇ, ਚਿੰਤਾ ਦੇ ਬਾਰੇ ਚ। ਕਹਿੰਦਾ ਹੈ ਕਿ ਯੂ ਡੂ ਨਾਟ ਗੈਟ ਸਟੋਮਕ ਅਲਸਰਸ ਫਰੋਮ ਵਟ ਯੂ ਈਟ, ਯੂ ਗੈਟ ਅਲਸਰਸ ਫਰੋਮ ਵਟ ਇਜ਼ ਈਟਿੰਗ ਯੂ। ਭਾਵ ਕੀ ਹੈ ਕਿ ਜਿਹੜੇ ਤੁਹਾਡੇ ਪੇਟ ਦੇ ਅੰਦਰ ਜ਼ਖਮ ਹੋ ਜਾਂਦੇ ਹਨ, ਉਹ ਤੁਹਾਡੀ ਖੁਰਾਕ ਕਰਕੇ, ਤੁਹਾਡੇ ਖਾਣੇ ਕਰਕੇ ਨਹੀਂ ਹੁੰਦੇ। ਅਸਲ ਵਿੱਚ ਤੁਹਾਡੇ ਪੇਟ ਵਿੱਚ ਅਲਸਰ ਤਾਂ ਹੁੰਦਾ ਹੈ ਕਿ ਜੋ ਤੁਹਾਨੂੰ ਖਾ ਰਿਹਾ ਹੈ ਉਹ ਅਲਸਰ ਪੈਦਾ ਕਰਦਾ ਹੈ। ਉਹਦਾ ਇਸ਼ਾਰਾ ਚਿੰਤਾ ਵੱਲ ਹੈ। ਚਿੰਤਾ ਇਨਸਾਨ ਨੂੰ ਖਾਂਦੀ ਹੈ, ਅੰਦਰੋਂ ਅੰਦਰੀ ਖਾਂਦੀ ਹੈ। ਬੰਦਾ ਦਿਨੇ ਰਾਤ ਸੌਂਦਿਆਂ ਜਾਗਦਿਆਂ ਜਦੋਂ ਚਿੰਤਾਗ੍ਰਸਤ ਹੁੰਦਾ ਹੈ ਤਾਂ ਉਹ ਇਹਦੇ ਤੋਂ ਕਿਸੇ ਤਰੀਕੇ ਵੀ ਆਜ਼ਾਦ ਨਹੀਂ ਹੁੰਦਾ। ਹਰ ਹਾਲ ਕੰਮ ਕਰਦਿਆਂ ਹੋਇਆਂ ਵੀ ਫਿਰ ਉਹਨੂੰ ਬਹੁਤੀ ਵਾਰੀ ਚਿੰਤਾ ਮੁੜ ਕੇ ਆ ਕੇ ਘੇਰ ਲੈਂਦੀ ਹੈ। ਤੋ ਇਸੇ ਇਹੀ ਕਾਰਨ ਹੈ ਕਿ ਚਿੰਤਾ ਤੋਂ ਗ੍ਰਸਿਆ ਹੋਏ ਲੋਕ ਆਮ ਤੌਰ ਤੇ ਅਲਸਰ ਦੀ ਬਿਮਾਰੀ ਤੋਂ ਪੀੜਤ ਹੋ ਜਾਂਦੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਬਈ ਆਫਟਰ ਆਲ ਇਹ ਤਾਂ ਅਸੀਂ ਸੁਣ ਲਿਆ, ਪੜ੍ਹ ਲਿਆ ਕਿ ਚਿੰਤਾ ਦੇ ਬੜੇ ਨੁਕਸਾਨ ਨੇ, ਸਰੀਰਕ ਰੋਗ ਬਹੁਤ ਸਾਰੇ ਹੋ ਜਾਂਦੇ ਨੇ, ਪਰ ਇਹ ਹੁੰਦੀ ਕਿਉਂ ਹੈ ਚਿੰਤਾ? ਕਾਹਦੇ ਬਾਰੇ ਚਿੰਤਾ ਕਰਦੇ ਨੇ ਲੋਕੀ ਜ਼ਿਆਦਾ? ਤੋ ਆਓ ਕੁਛ ਉਹਦੇ ਬਾਰੇ ਗੱਲ ਕਰੀਏ। ਬਹੁਤੇ ਲੋਕ ਚਿੰਤਾ ਕਰਦੇ ਹਨ ਜੋ ਉਹਨਾਂ ਦੇ ਭੂਤਕਾਲ ਵਿੱਚ ਬੀਤ ਗਿਆ ਹੁੰਦਾ ਹੈ, ਉਹਨੂੰ ਚੇਤੇ ਕਰ ਕਰਕੇ ਫਿਕਰ ਕਰਦੇ ਰਹਿੰਦੇ ਹਨ, ਇਹ ਮੈਂ ਕਿਉਂ ਕਰ ਲਿਆ, ਜੇ ਮੈਂ ਇੰਜ ਨਾ ਕੀਤਾ ਹੁੰਦਾ, ਦੂਜੇ ਤਰੀਕੇ ਕੁਝ ਕੰਮ ਕੀਤਾ ਹੁੰਦਾ ਤੇ ਮੇਰਾ ਕੰਮ ਸੌਖਾ ਜਾਂ ਚੰਗਾ ਬਿਹਤਰ ਹੋ ਜਾਣਾ ਸੀ। ਜਾਂ ਇਸ ਭੂਤਕਾਲ ਦੀ ਚਿੰਤਾ ਨਹੀਂ ਹੁੰਦੀ ਤਾਂ ਉਹਨਾਂ ਨੂੰ ਆਉਣ ਵਾਲੇ ਸਮੇਂ ਦੀ ਚਿੰਤਾ, ਭਵਿੱਖ ਦੀ ਚਿੰਤਾ ਹੁੰਦੀ ਹੈ। ਕੀ ਹੋਏਗਾ, ਕੱਲ ਕੀ ਬਣੇਗਾ, ਅੱਜ ਤਾਂ ਮੇਰੇ ਕੋਲ ਇੰਨਾ ਕੁਝ ਹੈ, ਦੌਲਤ ਹੈ, ਸਭ ਕੁਝ ਹੈ, ਕੱਲ ਨੂੰ ਪਤਾ ਨਹੀਂ ਰਹੇਗੀ ਨਹੀਂ ਰਹੇਗੀ, ਕੋਈ ਮੇਰੇ ਤੋਂ ਖੋ ਕੇ ਹੀ ਨਾ ਲੈ ਜਾਵੇ, ਜਾਂ ਕੱਲ ਨੂੰ ਮੈਨੂੰ ਵਪਾਰ 'ਚ ਘਾਟਾ ਨਾ ਪੈ ਜਾਵੇ, ਮੇਰੀ ਨੌਕਰੀ ਨਾ ਛੁੱਟ ਜਾਵੇ, ਮੇਰੀ ਔਲਾਦ ਦਾ ਕੀ ਬਣੇਗਾ, ਮੇਰੇ ਆਉਣ ਵਾਲੀ ਨਸਲਾਂ ਦਾ ਕੀ ਬਣੇਗਾ। ਆਉਣ ਵਾਲੇ ਸਮੇਂ ਦੀਆਂ ਚਿੰਤਾਵਾਂ ਜਾਂ ਹੋਰ ਕਈ ਜਿਹੜੇ ਬੰਦੇ ਜਿਨ੍ਹਾਂ ਕੰਮਾਂ 'ਚ ਰੁੱਝੇ ਹੁੰਦੇ ਹਨ, ਪਤਾ ਨਹੀਂ ਇਹ ਕੰਮ ਸਹੀ ਸਫਲਤਾ ਮਿਲੇਗੀ ਨਹੀਂ ਮਿਲੇਗੀ, ਜਾਂ ਕਿਤੇ ਘਾਟਾ ਹੀ ਨਾ ਪੈ ਜਾਏ। ਇਸ ਤਰ੍ਹਾਂ ਦੇ ਅਨੇਕਾਂ ਫਿਕਰ ਬੰਦੇ ਨੂੰ ਅਨਸਰਟਨਟੀ ਤੋਂ, ਪਤਾ ਨਹੀਂ ਕੀ ਹੋਏਗਾ ਫਿਊਚਰ ਦੇ ਵਿੱਚ, ਉਹਦੇ ਤੋਂ ਉਹਨਾਂ ਨੂੰ ਚਿੰਤਾ ਲੱਗੀ ਰਹਿੰਦੀ ਹੈ। ਸੋ ਅੰਦਰ ਝਾਤ ਮਾਰੀਏ ਅਸੀਂ ਆਪਣੇ ਕਿ ਅਸੀਂ ਵੀ ਚਿੰਤਾਗ੍ਰਸਤ ਹਾਂ। ਜੇ ਸਾਨੂੰ ਕੋਈ ਚਿੰਤਾ ਸਤਾ ਰਹੀ ਹੈ ਤੇ ਉਹ ਕੀ ਹੈ? ਇੱਥੇ ਜ਼ਰਾ ਅੱਧਾ ਕੁ ਮਿੰਟ ਅਸੀਂ ਅੰਤਰ ਧਿਆਨ ਹੋਈਏ। ਹਰ ਇੱਕ ਬੰਦਾ, ਮੈਂ ਵੀ ਸੋਚਦਾ ਹਾਂ, ਤੁਸੀਂ ਵੀ ਸੋਚੋ, ਸਾਨੂੰ ਕਿਹੜੀ ਚਿੰਤਾ ਸਤਾ ਰਹੀ ਹੈ ਤੇ ਜਿਹੜੀ ਚਿੰਤਾ ਕਮ ਸੇ ਕਮ ਸਾਨੂੰ ਪਤਾ ਤਾਂ ਹੋਵੇ ਕਿ ਸਾਨੂੰ ਕਿਸ ਗੱਲ ਦੀ ਚਿੰਤਾ ਹੈ। ਬਹੁਤੀ ਵਾਰੀ ਬੰਦਾ ਚਿੰਤਾ ਕਰਦਾ ਰਹਿੰਦਾ ਹੈ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਚਿੰਤਾ ਮੈਂ ਕਾਹਦੀ ਕਰ ਰਿਹਾ, ਕਿਉਂ ਕਰ ਰਿਹਾ, ਬਸ ਮੈਂ ਚਿੰਤਾ ਕਰ ਰਿਹਾ, ਮੈਂ ਚਿੰਤਾਗ੍ਰਸਤ ਹਾਂ, ਇਸ ਵਜ੍ਹਾ ਕਰਕੇ ਹਾਂ, ਇਹ ਉਹਦੇ ਧਿਆਨ 'ਚ ਨਹੀਂ ਹੁੰਦਾ। ਇਹ ਸੋਚਣਾ ਥੋੜਾ ਜਿਹਾ ਕਾਰਗਰ ਹੁੰਦਾ ਹੈ, ਫਾਇਦੇਮੰਦ ਹੁੰਦਾ ਹੈ ਕਿ ਥੋੜਾ ਅੰਤਰ ਧਿਆਨ ਹੋ ਕੇ ਆਪਣੇ ਅੰਦਰ ਝਾਤ ਮਾਰ ਕੇ ਦੇਖੀਏ ਸਾਨੂੰ ਕਿਹੜੀ ਚਿੰਤਾ ਹੈ। तो अगला सवाल है, ਜਿਹੜੀ ਚਿੰਤਾ ਸਾਨੂੰ ਖਾਈ ਜਾ ਰਹੀ ਹੈ, the worry that is eating us, ਉਸ ਨੂੰ ਦੂਰ ਕਿਵੇਂ ਕਰੀਏ? how to get rid of it? ਸਭ ਤੋਂ ਅਹਿਮ ਸਵਾਲ ਤਾਂ ਇਹੀ ਹੈ। ਨਹੀਂ ਤਾਂ ਚਿੰਤਾ ਦੇ ਬਾਰੇ ਇਹ ਜਾਣਨ ਦਾ ਕੋਈ ਲਾਭ ਨਹੀਂ ਕਿ ਇਹਦੇ ਨਾਲ ਕਿਹੜੇ ਕਿਹੜੇ ਰੋਗ ਹੁੰਦੇ ਹਨ। ਸਾਰੇ ਰੋਗ ਤਾਂ ਹਰ ਕਿਸੇ ਨੂੰ ਨਹੀਂ ਹੁੰਦੇ, ਕਿਸੇ ਨੂੰ ਕੋਈ, ਕਿਸੇ ਨੂੰ ਕੋਈ। ਪਰ ਇਹ ਜਾਣਨ ਦਾ ਵੀ ਕੀ ਲਾਭ ਜੇ ਚਿੰਤਾ ਨੂੰ ਹਟਾਉਣ ਦਾ ਤਰੀਕਾ ਨਾ ਪਤਾ ਲੱਗੇ। ਤਾਂ ਸਾਨੂੰ ਸਾਰਾ ਧਿਆਨ ਇਸ ਮਸਲੇ ਵੱਲ ਦੇਣਾ ਚਾਹੀਦਾ ਹੈ ਕਿ ਜਿਹੜੀ ਚਿੰਤਾ ਹੁਣ ਸਾਨੂੰ ਲੱਗ ਗਈ ਹੈ
ਇਸ ਨੂੰ ਦੂਰ ਕਿਵੇਂ ਕਰੀਏ। ਸੋ ਇਹਦੇ ਵਾਸਤੇ ਥੋੜਾ ਗੁਰਬਾਣੀ ਤੋਂ ਸੇਧ ਲੈਂਦੇ ਹਾਂ ਕਿ ਚਿੰਤਾ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਤੋ ਗੁਰਬਾਣੀ ਦੀ ਇੱਕ ਪੰਕਤੀ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਪੰਨਾ 192 ਤੇ ਕਿ ਗੁਰ ਕਾ ਸ਼ਬਦ ਰਾਖ ਮਨ ਮਾਹੇ, ਨਾਮ ਸਿਮਰ ਚਿੰਤਾ ਸਭ ਜਾਹੇ। ਗੁਰੂ ਦਾ ਸ਼ਬਦ, ਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ਦੇ ਵਿੱਚ ਰੱਖ, ਧਿਆਨ ਦੇ ਵਿੱਚ ਰੱਖ, ਪ੍ਰਭੂ ਦਾ ਨਾਮ ਸਿਮਰ ਤੇ ਸਭ ਚਿੰਤਾਵਾਂ ਦੂਰ ਹੋ ਜਾਣਗੀਆਂ। ਤੋ ਗੁਰਬਾਣੀ ਦੀ ਟੇਕ ਲੈਣੀ, ਗੁਰੂ ਦੇ ਸ਼ਬਦ ਦਾ ਸਹਾਰਾ ਲੈਣਾ ਚਿੰਤਾਵਾਂ ਨੂੰ ਦੂਰ ਕਰਨ ਦੇ ਵਿੱਚ ਬਹੁਤ ਸਹਾਈ ਹੁੰਦਾ ਹੈ। ਗੁਰੂ ਦੀ ਬਾਣੀ ਤੇ ਗੁਰੂ ਦਾ ਉਪਦੇਸ਼ ਪਰਮਾਤਮਾ ਦੇ ਨਾਮ ਦੇ ਨਾਲ ਜੋੜਨ ਦਾ ਆਹਰ ਕਰਦਾ ਹੈ, ਉਹਦੀ ਸਿੱਖਿਆ ਦਿੰਦਾ ਹੈ। ਤੋ ਗੁਰਬਾਣੀ ਇਸ ਗੱਲ ਦੀ ਅਸ਼ੋਰੈਂਸ ਦਿੰਦੀ ਹੈ ਸਾਨੂੰ ਕਿ ਨਾਮ ਸਿਮਰ ਚਿੰਤਾ ਸਭ ਜਾਹੇ। ਤੋ ਆਓ ਇੱਕ ਸ਼ਬਦ ਅਰਦਾਸ ਰੂਪ ਵਿੱਚ ਜੋ ਇਸੇ ਬੇਨਤੀ ਨੂੰ ਲੈ ਕੇ ਗੁਰੂ ਪਾਤਸ਼ਾਹ ਨੇ ਸਾਨੂੰ ਦੱਸਿਆ ਹੈ, ਉਹ ਰਲ ਕੇ ਗਾਇਨ ਕਰੀਏ। ਗੁਰ ਆਇਓ ਸਰਣ ਤੁਮਾਰੀ, ਸਤਿਗੁਰ ਆਇਓ ਸਰਣ ਤੁਮਾਰੀ, ਮਿਲੈ ਸੁਖੇ ਨਾਮ ਹਰਿ ਸੇਵਾ, ਮਿਲੈ ਸੁਖ नाम हर सुना, चिंता नाहे हमारी, चिंता नाहे हमारी, सतगुर आयो शरण तुम्हारी, सतगुर आयो शरण तुम्हारी। अमर न सूझे दूजी ठावर, अमर न सूझे दूजी ठावर, हार परियो तो द्वारी, लेखा छोड़ लेख छूटे, लेखा छोड़ लेख छूटे, हम निर्गुण ले होवारी, सतगुर आयो शरण तुम्हारी, सतगुर आयो शरण तुम्हारी। संग बख्शिंद सदा मेहरबाना, सद बख्शिंद सदा मेहरबाना, सबना दे आधारी, सबना दे आधारी, नानक दास संत पाछे परियो, नानक दास संत पाछे परियो, राख ले हो तेरे बार, सतगुर आयो शरण तुम्हारी, सतगुर आयो शरण तुम्हारी, मिलै सुख नाम हर शोभा, मिलै सुख
नाम हर सेवा चिंता लाए हमारी सतगुर आयो शरण तुम्हारी सतगुर आयो शरण तुम्हारी सतगुर आयो शरण तुम्हारी। ਸੋ ਗੁਰੂ ਅੱਗੇ ਬੇਨਤੀ ਰੂਪ ਵਿੱਚ ਅਸੀਂ ਇਹ ਸ਼ਬਦ ਸਰਵਨ ਕੀਤਾ ਹੈ। हे ਗੁਰੂ, ਮੈਂ ਤੇਰੀ ਸ਼ਰਨ ਆਇਆ ਹਾਂ, ਮੇਰੀ ਚਿੰਤਾ ਦੂਰ ਕਰ, ਮਿਹਰ ਕਰ। ਤੇਰੇ ਦਰ ਤੋਂ ਮੈਨੂੰ ਪਰਮਾਤਮਾ ਦਾ ਨਾਮ ਮਿਲ ਜਾਏ, ਇਹੀ ਮੇਰੇ ਵਾਸਤੇ ਸੁੱਖ ਹੈ, ਇਹੀ ਮੇਰੇ ਵਾਸਤੇ ਸ਼ੋਭਾ ਹੈ। ਮੇਰੀਆਂ ਚਿੰਤਾਵਾਂ ਆਪੇ ਹੀ ਦੂਰ ਹੋ ਜਾਣਗੀਆਂ ਜਦੋਂ ਪ੍ਰਭੂ ਦਾ ਨਾਮ ਮੇਰੇ ਹਿਰਦੇ 'ਚ ਵਸ ਜਾਏਗਾ। ਸਤਿਗੁਰ ਦੇ ਅੱਗੇ ਇਹ ਬੇਨਤੀ ਕਰੀਏ, ਜਦੋਂ ਵੀ ਕੋਈ ਔਖੀ ਸਿਚੁਏਸ਼ਨ ਸਾਨੂੰ ਆਉਂਦੀ ਹੈ ਤਾਂ ਗੁਰੂ ਦੀ ਬਖਸ਼ਿਸ਼ ਦੀ ਜਾਚਨਾ ਕਰੀਏ ਤਾਂ ਸਫਲਤਾ ਦਾ ਜੋ ਚਾਂਸ ਹੈ ਉਹ ਕਈ ਗੁਣਾ ਵੱਧ ਜਾਂਦਾ ਹੈ। ਤਾਂ ਆਓ ਅੱਗੇ ਚੱਲਦੇ ਹਾਂ। ਅਸੀਂ ਗੱਲ ਕੀਤੀ ਸੀ ਕਿ ਬਹੁਤੇ ਕਰਕੇ ਇਨਸਾਨਾਂ ਨੂੰ ਚਿੰਤਾ ਹੁੰਦੀ ਹੈ ਬੀਤ ਚੁੱਕੇ ਸਮੇਂ ਦੀਆਂ ਯਾਦਾਂ ਦੇ ਨਾਲ ਤੇ ਆਉਣ ਵਾਲੇ ਸਮੇਂ ਦੇ ਫਿਕਰਾਂ ਤੋਂ। ਤਾਂ ਹੁਣ ਇਹਨਾਂ ਤੋਂ ਬਚਣ ਦਾ ਉਪਾਅ ਕੀ ਕੀਤਾ ਜਾ ਸਕਦਾ ਹੈ, ਕੁਝ ਵਿਚਾਰ ਇਹਦੇ ਬਾਰੇ ਕਰ ਸਕਦੇ ਹਾਂ। ਤਾਂ ਭਾਈ ਗੁਰਦਾਸ ਜੀ ਦੀਆਂ ਕੁਝ ਪੰਕਤੀਆਂ ਜਿਹੜੀਆਂ ਨੇ ਉਹ ਇੱਥੇ ਬੜੀਆਂ ਯੂਜ਼ਫੁਲ ਨੇ। ਭਾਈ ਸਾਹਿਬ ਫਰਮਾਉਂਦੇ ਹਨ, ਵਰਤਮਾਨ ਵਿੱਚ ਵਰਤਦਾ ਹੋਵਨ ਹਾਰ ਸੋਈ ਪਰਵਾਣਾ, ਕਾਰਨ ਕਰਤਾ ਜੋ ਕਰੈ ਸਿਰ ਧਰ ਮਨ ਕਰੈ ਸ਼ੁਕਰਾਨਾ। ਜੇ ਅਸੀਂ ਆਪਣੇ ਐਟੀਟਿਊਡ ਦੇ ਵਿੱਚ, ਆਪਣੇ ਰਵੱਈਏ ਦੇ ਅੰਦਰ ਇਹ ਵਿਚਾਰ ਬਿਠਾ ਲਈਏ ਕਿ ਇੱਕ ਤਾਂ ਇਨਸਾਨ ਵਰਤਮਾਨ ਦੇ ਵਿੱਚ ਜੀਣਾ ਸਿੱਖ ਲਵੇ। ਜੋ ਬੀਤ ਗਿਆ ਭੂਤਕਾਲ, ਉਹਦੇ ਵਿੱਚ ਉਹਦੀਆਂ ਯਾਦਾਂ ਵਿੱਚ ਚਿੰਤਾਗ੍ਰਸਤ ਨਾ ਹੋਵੇ, ਉਹਨਾਂ ਤੋਂ ਆਪਣੇ ਆਪ ਨੂੰ ਬਚਾਉਣ ਦਾ ਯਤਨ ਕਰੇ। ਤੇ ਜੋ ਆਉਣ ਵਾਲੇ ਸਮੇਂ ਦਾ ਐਡਵਾਂਸ ਵਿੱਚ ਹੀ ਫਿਕਰ ਨਾ ਕਰੇ। ਜੋ ਹੋ ਰਿਹਾ ਹੈ, ਜੋ ਵਰਤ ਰਿਹਾ ਹੈ, ਉਹਨੂੰ ਪਰਮਾਤਮਾ ਦੀ ਰਜ਼ਾ ਸਮਝ ਕੇ ਉਹਨੂੰ ਖਿੜੇ ਮੱਥੇ ਪ੍ਰਵਾਨ ਕਰੇ। ਜੋ ਵੀ ਕਰਤਾ ਕਰ ਰਿਹਾ ਹੈ, ਸਿਰ ਝੁਕਾ ਕੇ ਉਹਦਾ ਪ੍ਰਭੂ ਦਾ ਸ਼ੁਕਰਾਨਾ ਕਰਨ ਦਾ ਜੇ ਐਟੀਟਿਊਡ ਬਣ ਜਾਵੇ ਤਾਂ ਬਹੁਤ ਹੱਦ ਤੱਕ ਇਨਸਾਨ ਚਿੰਤਾਵਾਂ ਤੋਂ ਬਚ ਸਕਦਾ ਹੈ। ਸੋ ਇਨ ਸ਼ਾਰਟ ਅਸੀਂ ਕਹਿ ਸਕਦੇ ਹਾਂ ਕਿ ਲਰਨ ਟੂ ਲਿਵ ਇਨ ਦ ਪ੍ਰੈਜ਼ੈਂਟ ਐਂਡ ਐਕਸੈਪਟ ਗॉड्स ਵਿਲ ਗ੍ਰੇਸਫੁਲੀ। ਤੋ ਇਹ ਤਰੀਕਾ ਅਸੀਂ ਜ਼ਿੰਦਗੀ 'ਚ ਅਪਣਾ ਲਈਏ ਤੇ ਕਈ ਚਿੰਤਾਵਾਂ ਤੋਂ ਬਚ ਸਕਦੇ ਹਾਂ। ਇਹੋ ਜਿਹੇ ਵਿਚਾਰ ਇੱਕ ਹੋਰ ਸਿਆਣੇ ਨੇ ਬੜੇ ਇੰਟਰਸਟਿੰਗ ਤਰੀਕੇ ਨਾਲ ਇਸ ਤਰ੍ਹਾਂ ਪੇਸ਼ ਕੀਤੇ ਹਨ। ਕਹਿੰਦਾ ਹੈ ਕਿ ਪਾਸਟ ਇਜ਼ ਹਿਸਟਰੀ, ਫਿਊਚਰ ਇਜ਼ ਮਿਸਟਰੀ, ਪ੍ਰੈਜ਼ੈਂਟ ਇਜ਼ ਅ ਗਿਫਟ ਫਰਮ ਗॉड, ਦੈਟ ਇਜ਼ ਵਾਈ ਇਟ ਇਜ਼ ਕਾਲਡ ਦ ਪ੍ਰੈਜ਼ੈਂਟ। ਅੰਗਰੇਜ਼ੀ ਦੇ ਵਿੱਚ ਪ੍ਰੈਜ਼ੈਂਟ ਦੇ ਦੋ ਮੀਨਿੰਗ ਹਨ, ਤੁਸੀਂ ਸਭ ਜਾਣਦੇ ਹੋ। ਇੱਕ ਪ੍ਰੈਜ਼ੈਂਟ ਹੈ ਵਰਤਮਾਨ ਤੇ ਇੱਕ ਪ੍ਰੈਜ਼ੈਂਟ ਹੁੰਦਾ ਹੈ ਜਿਹੜਾ ਅਸੀਂ ਕਿਸੇ ਨੂੰ ਤੋਹਫਾ ਦਿੰਦੇ ਹਾਂ, ਗਿਫਟ ਕਰਦੇ ਹਾਂ, ਉਹਨੂੰ ਵੀ ਪ੍ਰੈਜ਼ੈਂਟ ਹੀ ਕਹਿੰਦੇ। ਤੋ ਇਹ ਜੋ ਵਰਤਮਾਨ ਹੈ ਇਹ ਪਰਮਾਤਮਾ ਵੱਲੋਂ ਸਾਨੂੰ ਇੱਕ ਤੋਹਫਾ ਮਿਲਿਆ ਹੈ। ਜੇ ਇਸ ਵਰਤਮਾਨ ਦੀ ਸੰਭਾਲ ਅਸੀਂ ਚੱਜ ਨਾਲ ਕਰ ਲਈਏ ਤਾਂ ਹਰ ਵਰਤਮਾਨ ਸਮੇਂ ਦੇ ਬੀਤਦਿਆਂ ਭੂਤਕਾਲ ਵਿੱਚ ਕਨਵਰਟ ਹੁੰਦਾ ਜਾਂਦਾ ਹੈ ਤੇ ਸਾਡਾ ਭੂਤਕਾਲ ਵੀ ਚੰਗਾ ਬੀਤੇਗਾ। ਤੇ ਹਰ ਆਉਣ ਵਾਲਾ ਸਮਾਂ ਵਰਤਮਾਨ ਦੇ ਵਿੱਚ ਆ ਕੇ ਹੀ ਸਾਨੂੰ ਮਿਲਦਾ ਹੈ। ਤੇ ਜੇ ਅਸੀਂ ਵਰਤਮਾਨ ਦੀ ਸੰਭਾਲ ਕਰਨੀ ਸਿੱਖ ਲਈਏ ਤਾਂ ਸਾਨੂੰ ਕੋਈ ਫਿਰ ਭਵਿੱਖ ਕਾਲ ਦੀ ਵੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਰਹਿ ਜਾਂਦੀ। ਚਲੋ ਇਹ ਸਭ ਗੱਲਾਂ ਤੇ ਬੜੀਆਂ ਚੰਗੀਆਂ ਨੇ, ਮੰਨ ਵੀ ਲੈਂਦੇ ਹਾਂ, ਪਰ ਇਹਦੇ ਬਾਵਜੂਦ ਕੋਈ ਜ਼ਰੂਰੀ ਨਹੀਂ ਹੈ ਕਿ ਜੋ ਕੁਝ ਅਸੀਂ ਕਰੀਏ ਸਾਰਾ ਕੁਝ ਠੀਕ ਹੀ ਹੁੰਦਾ ਰਹੇ। ਫਿਰ ਵੀ ਕੋਈ ਕੰਮ ਵਿਗੜ ਜਾਵੇ, ਕੁਝ ਗੜਬੜ ਹੋ ਜਾਵੇ, ਕੋਈ ਚੀਜ਼ ਸਾਡੇ ਵੱਸ ਵਿੱਚ ਨਾ ਹੀ ਹੋਵੇ, ਹੁਣ ਕੁਝ ਪ੍ਰੋਬਲਮ ਆ ਗਈ ਤਾਂ ਫਿਰ ਉਦੋਂ ਕੀ ਕਰਨਾ ਚਾਹੀਦਾ ਹੈ? ਅਸੀਂ ਤਾਂ ਆਪਣੇ ਵੱਲੋਂ ਸੋਚਿਆ ਸੀ ਵਰਤਮਾਨ ਨੂੰ ਸੰਭਾਲ ਕੇ ਤੁਰਾਂਗੇ, ਪਰ ਕੰਮ ਫਿਰ ਵੀ ਵਿਗੜ ਗਿਆ, ਤਾਂ ਫਿਰ ਉੱਥੇ ਕੀ ਸਾਨੂੰ ਕਰਨਾ ਚਾਹੀਦਾ ਹੈ? ਤਾਂ ਸਿਆਣਿਆਂ ਦੀ ਰਾਏ ਹੈ ਕਿ ਹੋਪ ਫॉर ਦੀ ਬੈਸਟ ਐਂਡ ਬੀ ਪ੍ਰੀਪੇਅਰਡ ਫॉर ਦੀ ਵਰਸਟ,
कि उस वेले अपना एटीट्यूड, अपना रवैया इस तरीके का बनाओ कि उम्मीद ना छड्डो, उम्मीद रखो कि जो होएगा चंगा ही होएगा, कि समा इस तो बेहतर ही आएगा, हालात इस तो बेहतर होंगे। पर जो ਵੱਧ ਤੋਂ ਵੱਧ ਮਾੜਾ ਹੋ ਸਕਦਾ ਹੈ, ਆਪਣੇ ਆਪ ਨੂੰ ਮਨੋ ਉਹਦੇ ਵਾਸਤੇ ਆਪਣੇ ਮਨ ਨੂੰ ਤਿਆਰ ਕਰਕੇ ਰੱਖੋ ਕਿ ਜੋ ਵੱਧ ਤੋਂ ਵੱਧ ਮਾੜਾ ਹੋ ਸਕਦਾ ਹੈ, ਮੈਂ ਉਹਦੇ ਵਾਸਤੇ ਵੀ ਸਹਾਰਨ ਵਾਸਤੇ ਤਿਆਰ ਹਾਂ, ਉਹਨੂੰ ਰੱਬ ਦਾ ਭਾਣਾ ਮੰਨਣ ਨੂੰ ਮੈਂ ਰਾਜ਼ੀ ਹਾਂ। ਇੱਕ ਹੋਰ ਸਿਆਣੇ ਦਾ ਕਥਨ ਹੈ ਕਿ ਫॉर ਐਵਰੀ ਏਲਮੈਂਟ ਅੰਡਰ ਦ ਸਨ there is a remedy or there is none. If there be one, try to find it. If there be none, never mind it. ਉਹ ਕਹਿੰਦਾ ਹੈ ਕਿ ਦੁਨੀਆ ਦੀ ਹਰ ਮੁਸੀਬਤ, ਹਰ ਬਿਮਾਰੀ ਵਾਸਤੇ ਕੋਈ ਨਾ ਕੋਈ ਇਲਾਜ ਤਾਂ ਹੈ, ਜਾਂ ਫਿਰ ਨਹੀਂ ਇਲਾਜ, ਕੋਈ ਚੀਜ਼ ਲਾ ਇਲਾਜ ਹੈ ਤੇ ਹੈ, ਲਾ ਇਲਾਜ ਹੈ। ਜਿਵੇਂ ਅੱਜ ਦੇ ਦਿਨ ਅਸੀਂ ਕਹਿ ਸਕਦੇ ਹਾਂ ਕਿ ਵੀ ਹਲੇ ਤੱਕ ਕਰੋਨਾ ਡਾਕਟਰਾਂ ਨੂੰ ਲੱਗ ਰਿਹਾ ਹੈ ਕਿ ਭਈ ਕਾਫੀ ਹੱਦ ਤੱਕ ਲਾ ਇਲਾਜ ਇਸ ਪੱਖੋਂ ਹੈ ਕਿ ਵੀ ਇਹਨੂੰ ਰੋਕਿਆ ਨਹੀਂ ਜਾ ਸਕਦਾ। ਜਦੋਂ ਬਿਮਾਰੀ ਲੱਗ ਜਾਂਦੀ ਹੈ ਉਹਦਾ ਇਲਾਜ ਤਾਂ ਕਰ ਰਹੇ ਹਨ ਤੇ ਕਾਫੀ ਹੱਦ ਤੱਕ 90% ਤੋਂ ਜ਼ਿਆਦਾ ਲੋਕੀ ਇਹਦੇ 'ਚ ਠੀਕ ਹੋ ਵੀ ਰਹੇ ਹਨ, ਪਰ ਇਹਨੂੰ ਪ੍ਰੀਵੈਂਟ ਕਰਨ ਦਾ, ਇਹਦੇ ਤੋਂ ਬਚਣ ਦੀ ਵੈਕਸੀਨ ਅਜੇ ਤੱਕ ਨਹੀਂ ਲੱਭੀ। ਜਾਂ ਮਾਨੋ ਜਿਵੇਂ ਕੈਂਸਰ ਦੇ ਰੋਗ ਹਨ, ਕਈ ਤਰ੍ਹਾਂ ਦੇ ਕੈਂਸਰ ਹਨ ਜਿਹਦਾ ਇਲਾਜ ਅਜੇ ਤੱਕ ਡਾਕਟਰਾਂ ਨੂੰ ਨਹੀਂ ਲੱਭ ਸਕੇ। ਫਿਰ ਕੁਝ ਮੁੱਖ ਤਰ੍ਹਾਂ ਦੇ, ਕਈ ਤਰ੍ਹਾਂ ਦੇ ਮਾਨਸਿਕ ਰੋਗ ਵੀ ਹਨ ਜਿਨ੍ਹਾਂ ਦਾ ਇਲਾਜ ਅਜੇ ਡਾਕਟਰਾਂ ਦੇ ਪਾਸ ਨਹੀਂ ਹੈ। ਤੋ ਮੰਨ ਲੈਂਦੇ ਹਾਂ ਕਿ ਭਈ ਇਨਸਾਨ ਦੀਆਂ ਤਾਕਤਾਂ, ਇਨਸਾਨ ਦੀ ਬੁੱਧੀ ਲਿਮਿਟਿਡ ਹੈ, ਇੱਕ ਸੀਮਿਤ ਹੈ, ਤਾਂ ਅਜੇ ਸਾਰਾ ਕੁਝ ਉਹਦੇ ਵਾਸ 'ਚ ਨਹੀਂ ਹੈ। ਸੋ ਇਸ ਕਰਕੇ ਬਹੁਤੀਆਂ ਚੀਜ਼ਾਂ ਤਾਂ ਹਨ ਜਿਨ੍ਹਾਂ ਦਾ ਇਲਾਜ ਹੈ, ਪਰ ਕੁਝ ਚੀਜ਼ਾਂ ਹਨ ਜਿਨ੍ਹਾਂ ਦਾ ਇਲਾਜ ਨਹੀਂ ਹੈ। ਉਹ ਕਹਿੰਦਾ ਹੈ ਕਿ ਭਈ ਜੇ ਕੋਈ ਇਲਾਜ ਹੈ ਤਾਂ ਉਹਨੂੰ ਲੱਭਣ ਦਾ ਯਤਨ ਕਰੋ, ਉਹਨੂੰ ਹਾਸਲ ਕਰੋ ਤੇ ਉਹ ਇਲਾਜ ਨੂੰ ਕਰ ਲਓ। ਤੇ ਜੇ ਹੈ ਨਹੀਂ ਇਲਾਜ ਤਾਂ ਫਿਰ ਭੁੱਲ ਜਾਓ, ਉਹਨੂੰ ਮੰਨ ਲਓਗੇ ਨਹੀਂ ਇਹ ਇਲਾਜ ਹੀ ਹੈ, ਇਹਨੇ ਇੰਝ ਹੀ ਚੱਲਣਾ। ਇਹ ਤੁਹਾਡੇ ਮਨ ਦੀ ਅਵਸਥਾ ਦੇ ਉੱਤੇ ਨਿਰਭਰ ਕਰਦਾ ਹੈ ਕਿ ਕੋਈ ਚੀਜ਼ ਤੁਹਾਨੂੰ ਕਿੰਨਾ ਕੁ ਪਰੇਸ਼ਾਨ ਕਰਦੀ ਹੈ। ਹੁਣ ਇੱਕ ਤਾਂ ਇਹ ਗੱਲ ਹੋ ਗਈ ਆਪਣੇ ਆਪ ਦੀ, ਫਿਰ ਦੂਜਿਆਂ ਨੂੰ, ਕਈਆਂ ਨੂੰ ਨਾ ਇਹ ਗੱਲ ਨਹੀਂ ਸਤਾਉਂਦੀ, ਉਹ ਕਹਿੰਦੇ ਹਨ ਚਲੋ ਚੰਗੇ ਮੰਦੇ ਹਾਲਾਤ ਸਭ ਦੇ ਨਾਲ ਆਉਂਦੇ ਹਨ, ਤੇ ਜੇ ਮੇਰੇ ਨਾਲ ਮਾੜੇ ਹੋ ਰਹੇ ਹਨ, ਮੇਰੇ ਗੁਆਂਢੀ ਨਾਲ ਵੀ ਮਾੜੇ ਹੋ ਰਹੇ ਹਨ, ਮੇਰੇ ਆਲੇ ਦੁਆਲੇ ਬਾਕੀਆਂ ਨਾਲ ਵੀ ਹੋ ਰਹੇ ਹਨ, ਠੀਕ ਹੈ ਫਿਰ ਸਾਰਿਆਂ ਨਾਲ ਹੀ ਹੈ, ਚਲੋ ਕੋਈ ਨਹੀਂ ਸਹਾਰ ਲਵਾਂਗੇ। ਪਰ ਲੋਕੀ ਕਈ ਵਾਰੀ ਤੜਪਦੇ ਹਨ ਇਸ ਗੱਲ ਤੋਂ ਕਿ ਬਈ ਮੇਰੇ ਨਾਲ ਤਾਂ ਹਾਲਾਤ ਭੈੜੇ ਹਨ, ਪਰ ਗੁਆਂਢੀ ਜਿਹੜਾ ਹੈ ਉਹ ਤੇ ਬਿਲਕੁਲ ਮੌਜਾਂ ਮਾਣ ਰਿਹਾ ਹੈ। ਜਿਵੇਂ ਉਹ ਕਹਿੰਦੇ ਹਨ ਕਿ if someone around us is born with a silver spoon and we are born with a handicap, then what? ਕਿ ਬਈ ਕੋਈ ਬੰਦਾ ਤਾਂ ਜਮਾਂਦਰੂ ਹੀ ਜਨਮ ਲੈਂਦਾ ਹੈ, ਦੇਖੋ ਦੁਨੀਆ ਭਰ ਦੇ ਅਮੀਰ ਜ਼ਾਦਿਆਂ ਦੇ ਘਰ, ਅਮੀਰਾਂ ਦੇ ਘਰ ਸਾਡਾ ਜਨਮ ਹੋ ਗਿਆ ਹੈ, ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਜਾਂ ਗਰੀਬ ਪਰਿਵਾਰ ਦੇ ਅੰਦਰ। ਸਾਡਾ ਕੀ ਦੋਸ਼ ਹੈ? ਅਸੀਂ ਕੋਈ ਚੁਣ ਕੇ ਥੋੜਾ ਪਰਿਵਾਰ ਚੁਣਿਆ ਸੀਗਾ, ਰੱਬ ਨੇ ਸਾਨੂੰ ਜਿੱਥੇ ਜਨਮ ਦੇ ਦਿੱਤਾ ਸਾਨੂੰ ਜਨਮ ਲੈਣਾ ਪੈ ਗਿਆ। ਪਰ ਇਹ ਸਾਡੇ ਨਾਲ ਜ਼ਿਆਦਤੀ ਹੋ ਗਈ, ਸਾਨੂੰ ਗਰੀਬਾਂ ਦੇ ਘਰ ਜਨਮ ਦੇ ਦਿੱਤਾ। ਸਾਡੇ ਆਲੇ ਦੁਆਲੇ ਹੋਰ ਜਿਹੜੇ ਬੰਦੇ ਨੇ ਉਹ ਦੇਖੋ ਕਿੰਨੇ ਅਮੀਰ ਨੇ, ਜਮਾਂਦਰੂ ਹੀ ਅਮੀਰ ਹੈ, ਹਰ ਤਰ੍ਹਾਂ ਦੀ ਸਹੂਲਤਾਂ ਉਹਦੇ ਕੋਲ ਹਨ। ਤੋ ਇਹ ਮਨ ਦੇ ਅੰਦਰ ਖਿਆਲ ਆ ਕੇ ਲੋਕੀ ਕਿਸੇ ਪਿੱਛੋਂ ਕਈ ਕੁੜਦੇ ਰਹਿੰਦੇ ਹਨ ਕਿ ਬਈ ਜੇ ਮੇਰੇ ਨਾਲ ਮਾੜੀ ਹੋ ਰਹੀ ਹੈ ਤੇ ਦੂਜੇ ਨਾਲ ਚੰਗੀ ਕਿਉਂ ਹੋ ਰਹੀ ਹੈ। ਉਹ ਇਸ ਗੱਲੋਂ ਨਹੀਂ ਜ਼ਿਆਦਾ ਦੁਖੀ ਹੁੰਦੇ ਕਿ ਮੇਰੇ ਨਾਲ ਮਾੜੀ ਹੋ ਰਹੀ ਹੈ, ਉਹਨਾਂ ਨੂੰ ਇਹ ਤਕਲੀਫ ਹੁੰਦੀ ਹੈ ਦੂਜੇ ਨਾਲ ਚੰਗੀ ਕਿਉਂ ਹੋ ਰਹੀ। ਤੋ ਇਹ ਗੱਲ ਹੈ ਵੀ ਐਟੀਟਿਊਡ ਦੀ ਹੈ। ਇਸ ਚੀਜ਼ ਤੋਂ ਬਚਣ ਵਾਸਤੇ ਗੁਰਬਾਣੀ ਤੋਂ ਸੇਧ ਲੈ ਕੇ ਇੱਕ ਸ਼ਬਦ ਅਸੀਂ ਸਰਵਣ ਕਰਦੇ ਹਾਂ। काहू गरी गोदरी नाही, काहू आन परारा, रखवाद ना कीजे रे मन, सुकृत कर कर लीजै रे मन।
ठहरत बात ना कीजे रे मन सुकृत कर कर लीजे रे मन। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਪ੍ਰਮਾਤਮਾ ਨੇ ਕਈ ਬੰਦਿਆਂ ਨੂੰ ਰੇਸ਼ਮੀ ਕੱਪੜੇ ਪਾਉਣ ਨੂੰ ਦਿੱਤੇ ਹਨ ਤੇ ਸੌਣ ਨੂੰ ਨਿਵਾਰੀ ਪਲੰਘ ਦਿੱਤੇ ਹਨ, ਪਰ ਕਈ ਵਿਚਾਰਿਆਂ ਨੂੰ ਗਲੀ ਹੋਈ ਆਟੇ ਹੋਏ ਕੱਪੜੇ ਵੀ ਨਹੀਂ ਮਿਲਦੇ ਤੇ ਕਈ ਘਰਾਂ ਦੇ ਵਿੱਚ ਬਿਸਤਰੇ ਦੇ ਥਾਂ ਤੇ ਸਿਰਫ ਪਰਾਲੀ ਹੀ ਹੈ, ਉਹਨਾਂ ਨੂੰ ਪੁੰਜੇ ਹੀ ਸੌਣਾ ਪੈਂਦਾ ਹੈ। ਪਰ ਗੁਰੂ ਸਾਹਿਬ ਪ੍ਰੇਰਨਾ ਕਰਦੇ ਹਨ ਕਿ ਹੇ ਮੇਰੇ ਮਨ, ਤੂੰ ਈਰਖਾ ਤੇ ਝਗੜਾ ਕਿਉਂ ਕਰਦਾ ਹੈ? ਤੂੰ ਵੀ ਨੇਕ ਕਮਾਈ ਕਰੀ ਜਾ ਤੇ ਤੂੰ ਵੀ ਇਹ ਸੁਖ ਹਾਸਲ ਕਰ ਲੈ। ਉਦਮ ਕਰਨਾ ਨਾ ਛੱਡ, ਓਨੈਸਟ ਲੇਬਰ, ਉਦਮ ਕਰ, ਹਿੰਮਤ ਕਰ ਤੇ ਤੂੰ ਵੀ ਇਹ ਜੋ ਪਦਾਰਥ ਹਨ ਇਹ ਪ੍ਰਾਪਤ ਕਰ ਸਕਦਾ ਹੈ, ਸੁਖ ਦੀ ਅਵਸਥਾ ਹਾਸਲ ਕਰ ਸਕਦਾ ਹੈ। तो ईर्खा और झगड़े तो बचन की प्रेरणा गुरबाणी करती है। तो हुण सवाल यह है कि चलो उद्यम करना चाहिए है, ईर्खा नहीं करनी चाहिए, पर हालात तो मेरे अजे भी माड़े ही ने ना। हालात नूं इंप्रूव किवें करना है, जो मेरे हालात है उसका सुधार किवें करना है? तो उसका जवाब है कि डू समथिंग अबाउट इट, इहदे बारे कुछ करो। तो कोई लोग ये गल सुन के हस भी पे होंगे भी ये किहड़ी बड़ी तोप छड्डी है कि भी सिचुएशन माड़ी है, ये वास्ते इंप्रूव करने वास्ते करना की है, तो जवाब मिल गया भी कुछ करो। पर कुछ करो खाली गल नहीं है, थोड़ी अगे असीं गल विचार होर करते हाँ। तो ये तीन पक्ष हैं, एनालाइज द सिचुएशन, एक्सेप्ट द वर्स्ट एंड देन इंप्रूव ऑन द वर्स्ट। ये 3 स्टेप सोल्यूशन है जो समथिंग अबाउट इट करना है, जो कुछ सिचुएशन को इंप्रूव करने वास्ते करना है। वो 3 अंग हैं। पहला अंग है कि वो सिचुएशन जो साड़ी हालत है ਉਹਦਾ एनालिसिस किया जाए कि जो मैनू चिंता जिस करके मैं कर रहा हाँ, जो मेरी ये हालत बनी है, ये कारण की हैं, ਇਹਦਾ मैनू ਵੱਧ ਤੋਂ ਵੱਧ नुकसान की हो सकता है। तो फिर अगला स्टैप है कि जो ਵੱਧ ਤੋਂ ਵੱਧ नुकसान हो सकता है ना, मनो अपने मन को मना लवो कि भी ये नुकसान तो झेलना ही पड़ेगा, तो अपने मनो तैयार हो जाओ। हुण उस तो बाद अगे सोचने भी होर हो की सकता है, कोई इस तो बेहतर हो सकता है कि नहीं हो सकता, कुछ इस नुकसान को घटाया जा सकता है कि नहीं घटाया जा सकता। जे एक बारी मन मान लवे कि जो वर्स्ट पॉसीबल नुकसान है उन्होंने मैं सहारन वास्ते तैयार हाँ, तो ये अपने आप ही ना एक बड़ी सूदिंग जी सिचुएशन बन जाती है कि भाई हुण इदों बदतर तो हो नहीं सकता, हुण जो होएगा इहदे नालों थोड़ा बेटर ही होएगा, बेहतर होएगा, बदतर नहीं हो सकता। मान लो रुपए पैसे की गल करते हैं, कोई असीं धंधा किया, ਉਹਦੇ ਵਿੱਚ ਸਾਨੂੰ ਨੁਕਸਾਨ ਹੋ ਗਿਆ, ਸਾਨੂੰ ਅੰਦਾਜ਼ਾ ਹੀ ਨਹੀਂ ਹੋ ਰਿਹਾ ਵੀ ਕਿੰਨਾ ਨੁਕਸਾਨ ਹੋ ਸਕਦਾ ਹੈ, ਪਰ ਚਲੋ ਠੰਡੇ ਦਿਮਾਗ ਨਾਲ ਅਸੀਂ ਸੋਚਦੇ ਹਾਂ, ਗਿਣਤੀ ਮਿੰਤੀ ਕਰਦੇ ਹਾਂ ਕਿ ਇਹ ਚੀਜ਼ਾਂ ਮੇਰੀਆਂ ਨਸ਼ਟ ਹੋ ਗਈਆਂ ਨੇ, ਇਹ ਮੈਨੂੰ ਨੁਕਸਾਨ ਹੋ ਰਿਹਾ, ਕਿੰਨਾ ਅੰਦਾਜ਼ਾ ਹੈ, ਇੰਨੇ ਹੋਏਗਾ, ਇੰਨੇ ਲੱਖ ਹੋ ਜਾਏਗਾ, ਇੰਨੇ ਹਜ਼ਾਰ ਹੋ ਜਾਏਗਾ। ਇੱਕ ਫਿਗਰ ਮਨ ਵਿੱਚ ਧਾਰ ਲਈਏ ਕਿ ਵੀ ਇਹ ਮੈਕਸਿਮਮ ਇਸ ਤੋਂ ਵੱਧ ਨਹੀਂ ਹੋ ਸਕਦਾ। ਹੁਣ ਇੱਕ ਫਿਗਰ ਸਾਹਮਣੇ ਆ ਗਈ ਨਾ, ਫਿਰ ਸੋਚੋ ਕਿ ਵੀ ਚਲੋ ਇਹ ਮੰਨ ਲਓ ਇਹ ਨੁਕਸਾਨ ਝੇਲਣਾ ਹੀ ਪਏਗਾ, ਇਹ ਤਾਂ ਇੰਨਾ ਤਾਂ ਨੁਕਸਾਨ ਦੇਣਾ ਹੀ ਪਏਗਾ, है नहीं मेरे को इन्ना पैसा, शायद मैंने कर्जा भी चुकना पवे, मैं कितों कर्जा अरेंज करांगा, ये बारे सोचा जा सकता है। फिर या कोई और ढंग वरत के जे चलो अजे कुछ काम ये बचते ने, कोई चीज़ बचाई जा सकती है, जो बच गया है वो कुछ वसूल हो सकता है, वो बारे विचार की जा सकती है। तो जिन्ना मैक्सीमम मैं सोचा सी वो नालों कुछ तो मैं इन्हूं घट कर ही सकता हाँ, तो सिचुएशन अगे नालों थोड़ी जी बेहतर तो हो ही जाएगी। और मैं मन ने जो मेरे मन ने मन लेता है कि जो मैक्सिमम नुकसान मैं सहारना है, तो हुण जो कुछ भी बेहतर होएगा वो मन नूं सुकून देण विच सहाई होएगा, मन की चिंता मन के फिक्र नूं घटाउण दे विच सहाई होएगा। जे मैं एक बारी इस गल नूं एक्सैप्ट कर लिया है कि मैं 50 लाख का घाटा देना है, तो जो अल्टीमेटली पता लगे भी घाटा तो 35 लाख का ही होया, 15 लाख बच गया, तो 15 लाख नफा नजर आए, तो उसदे नाल तसल्ली मिलेगी कि चलो मेरा नुकसान घट होया। पर पहले मन नूं तैयार करना पैंदा है। सो हुण असीं गल कीती है कि एनालाइज दी सिचुएशन, ये अपने आप विच कोई इन्नी सिंपल जी गल नहीं है, इनू भी तरीका इहदा कुछ है, समझना चाहिए है भी एनालाइज करन दा ढंग की है।
ਕੋਈ ਚਿੰਤਾ ਦੀ ਸਿਚੁਏਸ਼ਨ ਹੋਵੇ ਤੇ ਉਹਨੂੰ ਐਨਾਲਾਈਜ਼ ਕਿਵੇਂ ਕੀਤਾ ਜਾਂਦਾ ਹੈ। ਕਿਉਂਕਿ ਚਿੰਤਾ ਜਿਸ ਵੇਲੇ ਬੰਦਾ ਕਰਦਾ ਹੈ ਉਸ ਵੇਲੇ ਬਹੁਤੀ ਵਾਰੀ ਨਾ ਉਹਦੀ ਸੋਚ ਕੰਮ ਕਰਨਾ ਬੰਦ ਕਰ ਜਾਂਦੀ ਹੈ, ਉਹਨੂੰ ਸੁਝਦਾ ਕੁਝ ਨਹੀਂ ਹੈ। ਤਾਂ ਉਸ ਵੇਲੇ ਅਗਰ ਜੇ ਉਹਦੇ ਕੋਲ ਕੋਈ ਗਾਈਡ ਸ਼ੀਟ ਹੋਵੇ, ਕੋਈ ਵਰਕਸ਼ੀਟ ਹੋਵੇ ਜਿਹਦੇ ਵਿੱਚ ਇਹ ਉਹਦੇ ਕੋਲ ਨੀਅਤ ਹੋਵੇ ਕਿ ਤਰੀਕਾ ਕੀ ਹੈ ਕਿਸੇ ਸਿਚੁਏਸ਼ਨ ਨੂੰ ਐਨਾਲਾਈਜ਼ ਕਰਨ ਦਾ, ਤਾਂ ਉਹਦੇ ਵਿੱਚ ਥੋੜੀ ਸਹਾਇਤਾ ਮਿਲ ਸਕਦੀ ਹੈ। ਤੇ ਆਓ ਅਸੀਂ ਦੇਖੀਏ ਵੀ ਇਹਦੇ ਵਾਸਤੇ ਕੀ ਮੈਥਡ ਹੋ ਸਕਦਾ ਹੈ। ਤਾਂ ਪਹਿਲਾ ਸਟੈਪ ਹੈ ਗੈਟ ਦੀ ਫੈਕਟਸ ਐਂਡ ਰਾਈਟ ਡਾਊਨ ਦੀ ਆਨਸਰਸ ਟੂ ਦੀ ਫੋਲੋਇੰਗ ਕੁਐਸਚਨਸ। ਕਿਹੜੇ ਸਵਾਲ ਨੇ ਕਿ what is the problem, what is the cause of the problem, what are all possible solutions, which is the best solution, ਤੇ ਅਖੀਰ ਵਿੱਚ when will I start implementing। ਸਭ ਤੋਂ ਪਹਿਲਾ ਕੰਮ ਹੈ ਜੋ ਵੀ ਸਾਡੀ ਹਾਲਤ ਹੈ ਜਿਹਦੀ ਅਸੀਂ ਚਿੰਤਾ ਕਰ ਰਹੇ ਹਾਂ ਉਹਦੇ ਬਾਰੇ ਜੋ ਵੀ ਤੱਥ ਹਨ, ਜੋ ਫੈਕਟਸ ਹਨ, ਉਹਨਾਂ ਨੂੰ ਇੱਕ ਕਾਗਜ਼ ਤੇ ਜਾਂ ਅੱਜ ਕੱਲ੍ਹ ਜਿਵੇਂ ਲੋਕ ਕੰਪਿਊਟਰ ਤੇ ਹੀ ਕੰਮ ਕਰਦੇ ਹਨ ਤਾਂ ਇੱਕ ਡਾਕੂਮੈਂਟ ਬਣਾ ਕੇ ਉਹਦੇ ਵਿੱਚ ਉਹਦੇ ਸਾਰੇ ਫੈਕਟਸ ਲਿਖ ਲਏ ਜਾਣ। ਇਹ ਜ਼ਰੂਰੀ ਹੈ। ਜਦੋਂ ਲਿਖਿਆ ਜਾਂਦਾ ਹੈ, ਲਿਖਣ ਦੇ ਵਾਸਤੇ ਸਾਨੂੰ ਗੱਲ ਲਫ਼ਜ਼ਾਂ ਦੇ ਵਿੱਚ ਬੋਲਣੀ ਜਾਂ ਉਹ ਵਰਡਸ ਫਾਰਮ ਕਰਕੇ ਸੈਂਟੈਂਸ ਫਾਰਮ ਕਰਨੇ ਪੈਂਦੇ ਹਨ। ਉਹ ਦਿਮਾਗ ਤੇ ਜ਼ੋਰ ਲੱਗਦਾ ਹੈ ਤੇ ਫਿਰ ਦਿਮਾਗ ਦਾ ਕਨਫਿਊਜ਼ਨ ਘਟਦਾ ਹੈ। ਜਦੋਂ ਅਸੀਂ ਚਿੰਤਾ ਕਰਦੇ ਹਾਂ ਉਦੋਂ ਅਸੀਂ ਸੋਚਦੇ ਨਹੀਂ ਹਾਂ, ਬਸ ਮੈਨੂੰ ਫਿਕਰ ਹੈ, ਮੇਰੀ ਮੁਸੀਬਤ ਹੈ, ਮੈਨੂੰ ਤਾਂ ਮੁਸੀਬਤ ਆਈ ਹੋਈ ਹੈ, ਮੇਰੇ ਤੇ ਹਾਲ ਮਾੜੇ ਹੋ ਗਏ ਤੇ ਹੈ ਕੀ ਹੈ ਭਾਈ ਤੈਨੂੰ, ਉਹ ਬੰਦਾ ਉਸ ਬਾਰੇ ਕੁਝ ਕਲੀਅਰ ਹੁੰਦਾ ਹੀ ਨਹੀਂ ਹੈ। ਪਰ ਜੇ ਅਗਰ ਇਹ ਗੱਲ ਹੁਣ ਲਿਖਣੀ ਪੈ ਜਾਵੇ ਕਿ ਮੇਰੀ ਚਿੰਤਾ ਦੀ ਵਜ੍ਹਾ ਕੀ ਹੈ, ਮੇਰੀ ਹਾਲਤ ਕੀ ਹੈ, ਮੈਨੂੰ ਕੀ ਪ੍ਰੋਬਲਮ ਹੈ ਕੀ ਹੈ, ਤਾਂ ਕੁਝ ਇੱਕ ਸੈਂਟੈਂਸਸ ਦੇ ਵਿੱਚ ਬੰਦਾ ਉਹਨਾਂ ਨੂੰ ਲਫ਼ਜ਼ਾਂ 'ਚ ਬਿਆਨ ਕਰੇਗਾ। ਜਦੋਂ ਬਿਆਨ ਕਰੇਗਾ ਤੇ ਕੁਝ ਗੱਲ ਸਪਸ਼ਟ ਵੀ ਹੋ ਜਾਏਗੀ ਵੀ ਅਸਲ ਵਿੱਚ ਪ੍ਰੋਬਲਮ ਹੈ ਕੀ ਹੈ। ਤੇ ਕਿਸੇ ਵੀ ਪ੍ਰੋਬਲਮ ਨੂੰ ਹੱਲ ਕਰਨ ਦਾ ਜੋ ਪਹਿਲਾ 50% ਹੁੰਦਾ ਹੈ ਨਾ ਆਖਰ, ਉਹ ਹੁੰਦਾ ਹੈ ਪ੍ਰੋਬਲਮ ਨੂੰ ਪ੍ਰੋਪਰਲੀ ਡਿਫਾਈਨ ਕਰਨਾ ਕਿ ਪ੍ਰੋਬਲਮ ਆਖਰ ਹੈ ਕੀ ਹੈ। ਬਹੁਤੇ ਲੋਕਾਂ ਨੂੰ ਕਲੈਰਿਟੀ ਨਹੀਂ ਹੁੰਦੀ ਕਿ ਉਹਨਾਂ ਨੂੰ ਪ੍ਰੋਬਲਮ ਕੀ ਹੈ। ਤਾਂ ਇਸ ਲਈ ਇਹ ਗੱਲ ਲਿਖਣੀ ਬਹੁਤ ਜ਼ਰੂਰੀ ਹੈ ਕਿ ਮੇਰੀ ਸਮੱਸਿਆ ਆਖਰ ਹੈ ਕੀ ਹੈ। ਮੰਨ ਲਓ ਕੋਈ ਤੁਹਾਨੂੰ ਬਲੈਕਮੇਲ ਕਰ ਰਿਹਾ, ਤੁਹਾਡੇ ਅੰਦਰ ਤੇ ਭੰਬੜ ਮਚੇ ਪਏ ਨੇ ਕਿ ਵੀ ਇਹ ਮੇਰੇ ਨਾਲ ਕੀ ਹੋ ਗਿਆ, ਮੈਂ ਕੁਝ ਕੀਤਾ ਵੀ ਨਹੀਂ ਹੈ, ਬੰਦੇ ਨੇ ਫਰਜ਼ੀ ਜੀ ਫੋਟੋਆਂ ਬਣਾ ਲਈਆਂ, ਮੌਰ ਪਿਕਚਰ ਬਣਾਤੀ, ਨਕਲੀ ਵੀਡੀਓ ਬਣਾਤੀ, ਮੈਨੂੰ ਬਦਨਾਮ ਕਰੇਗਾ, ਮੇਰੀ ਤਾਂ ਸਾਰੇ ਪਾਸੇ ਮੇਰੀ ਇੱਜ਼ਤ ਹੀ ਬਰਬਾਦ ਹੋ ਜਾਏਗੀ। तो ਬੰਦਾ ਘਬਰਾਇਆ ਬੋਰਿਆ ਹੋਇਆ ਫਿਰਦਾ ਹੈ। ਪਰ ਅਗਰ ਜੇ ਉਹ ਇਹ ਫੈਕਟਸ ਨੂੰ ਨੋਟ ਕਰਨਾ ਸ਼ੁਰੂ ਕਰੇ ਤਾਂ ਫਿਰ ਉਹਨੂੰ ਕਮ ਸੇ ਕਮ ਥੋੜੀ ਕਲੈਰਿਟੀ ਆਣੀ ਸ਼ੁਰੂ ਹੋਏਗੀ ਕਿ ਆਖਰ ਇਹ ਮੇਰੀ ਤੱਤ ਪ੍ਰੋਬਲਮ ਹੈ ਉਹ ਇਹ ਹੈ। ਤੇ ਹੁਣ ਫਿਰ ਉਹ ਸੋਚਣਾ ਸ਼ੁਰੂ ਕਰੇਗਾ ਕਿ ਆਖਰ ਇਹ ਪ੍ਰੋਬਲਮ ਆਈ ਕਿੱਥੋਂ, ਅਲਟੀਮੇਟਲੀ ਇਹ ਪ੍ਰੋਬਲਮ ਦਾ ਜੜ ਕਿੱਥੇ ਹੈ। तो ਉਹਦਾ ਪ੍ਰੋਬਲਮ ਦਾ ਵਜ੍ਹਾ, ਉਹਦਾ ਕਾਜ਼ ਉਹ ਵੀ ਨੋਟ ਕਰਕੇ ਲਿਖਣਾ ਚਾਹੀਦਾ। ਹੁਣ ਇਹਦਾ ਹੱਲ ਕੁਝ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ। ਇੱਕ ਹੱਲ ਹੋ ਸਕਦਾ ਹੈ, ਦੂਜਾ ਹੋ ਸਕਦਾ ਹੈ, ਤੀਜਾ ਹੋ ਸਕਦਾ ਹੈ ਕੋਈ ਹੱਲ ਚੰਗਾ ਹੋਵੇ, ਕੋਈ ਹੱਲ ਕੁਝ ਘੱਟ ਚੰਗਾ ਹੋਵੇ, ਕੋਈ ਹੱਲ ਮਾੜਾ ਵੀ ਹੋ ਸਕਦਾ ਹੈ। ਪਰ ਸਾਡੇ ਸਾਹਮਣੇ ਹੋਣ ਤਾਂ ਸਹੀ ਨਾ ਕਿ ਕੀ ਅਸੀਂ ਕਰ ਸਕਦੇ ਹਾਂ। ਜ਼ਰੂਰੀ ਨਹੀਂ ਹੈ ਕਿ ਜੋ ਕੁਝ ਅਸੀਂ ਸੋਚਦੇ ਹਾਂ ਉਹ ਸਾਰਾ ਕੁਝ ਠੀਕ ਹੀ ਹੋਵੇ, ਕੁਝ ਉਹਨਾਂ ਵਿੱਚੋਂ ਗਲਤ ਹੱਲ ਵੀ ਸਾਨੂੰ ਸੁਝਣਗੇ। ਪਰ ਜੋ ਕੁਝ ਵੀ ਸੁਝ ਰਿਹਾ ਹੈ ਉਹਨੂੰ ਸਾਹਮਣੇ ਲਿਖ ਲਿਆ ਜਾਵੇ ਤਾਂ ਸਪਸ਼ਟਤਾ ਹੋ ਜਾਏਗੀ ਕਿ ਬਈ ਇਹ ਜਿਹੜੀ ਸਮੱਸਿਆ ਹੈ ਇਹਦੇ ਫਲਾਣੇ ਹੱਲ ਹੋ ਸਕਦੇ ਨੇ। ਹੁਣ ਦੇਖੀਏ ਕਿ ਇਹਨਾਂ ਵਿੱਚੋਂ ਸਭ ਤੋਂ ਬਿਹਤਰ ਹੱਲ ਕਿਹੜਾ ਹੈ, ਉਹਦੀ ਚੋਣ ਕਰ ਲਿੱਤੀ ਜਾਵੇ। ਫਿਰ ਡਿਸੀਜਨ ਕਰ ਲਿਆ ਜਾਵੇ ਕਿ ਅੱਛਾ ਭਾਈ ਇਹੀ ਤਰੀਕਾ ਕਰਨਾ ਹੈ। ਨਹੀਂ ਤਾਂ ਜਦੋਂ ਬੰਦਾ ਕੁਝ ਲਿਖਦਾ ਨਹੀਂ ਹੈ, ਤਰੀਕੇ ਨਾਲ ਨਹੀਂ ਚੱਲਦਾ ਤੇ ਕਨਫਿਊਜ਼ਨ ਹੁੰਦਾ ਹੈ ਮਾਈਂਡ ਦੇ ਵਿੱਚ, ਤੇ ਕਦੀ ਇੱਕ ਗੱਲ ਸੁਝਦੀ ਹੈ, ਕਦੀ ਦੂਜੀ ਸੁਝਦੀ ਹੈ, ਫਿਰ ਉਹ ਭੁੱਲ ਜਾਂਦੀ ਹੈ, ਫਿਰ ਕੋਈ ਹੋਰ ਗੱਲ ਆ ਜਾਂਦੀ ਹੈ, ਨਹੀਂ ਇਹ ਕੀਤਾ ਤੇ ਹੋਰ ਨੁਕਸਾਨ ਹੋ ਜਾਏਗਾ, ਨਹੀਂ ਚੱਲ ਮੈਂ ਕੁਝ ਹੋਰ ਸੋਚ ਲੈਂਦਾ ਵਾਂ, ਕਿਸੇ ਤੀਜੇ ਨੂੰ ਪੁੱਛ ਲੈਂਦਾ ਵਾਂ, ਬੰਦਾ ਕਨਫਿਊਜ਼ ਹੋਇਆ ਰਹਿੰਦਾ। ਪਰ ਅਗਰ ਜੇ ਇਸ ਤਰ੍ਹਾਂ ਆਪਣੇ ਆਪ ਨੂੰ ਮਜਬੂਰ ਕਰਕੇ ਬੰਨ ਕੇ ਇਹ ਸਵਾਲਾਂ ਦੇ ਜਵਾਬ ਸਾਹਮਣੇ ਲਿਖ ਲਿੱਤੇ ਜਾਣ ਕਿ ਮੇਰੀ ਸਮੱਸਿਆ ਕੀ ਹੈ, ਇਸ ਸਮੱਸਿਆ ਦੀ ਵਜ੍ਹਾ ਕੀ ਹੈ, ਇਹਦੇ ਕੀ ਹੱਲ ਹੋ ਸਕਦੇ ਹਨ, ਤੇ ਇਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਬਿਹਤਰ ਹੱਲ ਕਿਹੜਾ ਹੈ। ਤੇ ਆਖਰੀ ਸਵਾਲ ਜਿਹੜਾ ਸਭ ਤੋਂ ਅਹਿਮ ਹੈ ਕਿ ਜਿਹੜਾ ਹੁਣ ਸਭ ਤੋਂ ਬਿਹਤਰ ਹੱਲ ਹੈ ਉਹਨੂੰ ਮੈਂ ਹੁਣ ਅਪਣਾਉਣਾ, ਉਹਨੂੰ ਇੰਪਲੀਮੈਂਟ ਕਰਨਾ, ਉਹਦੇ ਉੱਤੇ ਕੰਮ ਕਰਨਾ ਕਦੋਂ ਸ਼ੁਰੂ ਕਰਾਂਗਾ। ਇਹ ਨੀਅਤ ਵੀ ਗੱਲ ਕਰਕੇ ਲਿਖ ਲੈਣੀ ਚਾਹੀਦੀ ਹੈ ਕਿ ਇਹ ਜਿਹੜਾ ਹੱਲ ਮੈਂ ਲੱਭਿਆ ਹੈ ਜਾਂ ਸੋਚਿਆ ਹੈ ਉਹਨੂੰ ਮੈਂ ਕਿਹੜੇ ਵੇਲੇ ਕਰਨਾ ਸ਼ੁਰੂ ਕਰ ਦਿਆਂਗਾ। ਬਹੁਤੀ ਵਾਰੀ ਕੀ ਹੁੰਦਾ ਹੈ ਬੰਦਾ ਪਲਾਨ ਬਣਾਉਂਦਾ ਰਹਿੰਦਾ ਹੈ, ਮੈਂ ਇੰਜ ਕਰਾਂਗਾ, ਮੈਂ
ਸਾਈਬਰ ਐਕਸਪਰਟ ਕੋਲ ਜਾਵਾਂਗਾ, ਮੈਂ ਪੁਲਿਸ ਨੂੰ ਕੰਪਲੇਂਟ ਕਰਾਂਗਾ, ਮੈਂ ਫਲਾਣੇ ਬੰਦੇ ਦੀ ਰਾਏ ਲਵਾਂਗਾ, ਕਰਦਾ ਕੁਝ ਵੀ ਨਹੀਂ ਹੈ ਤੇ ਤੜਫਦਾ ਹੀ ਰਹਿੰਦਾ ਹੈ। ਪਰ ਨਹੀਂ, ਜੇ ਇਹਨਾਂ ਸਵਾਲਾਂ ਦੇ ਜਵਾਬ ਲਿਖ ਕੇ ਇਹਨਾਂ ਨੂੰ ਬਕਾਇਦਾ ਸਾਹਮਣੇ ਰੱਖ ਲਿਆ ਜਾਵੇ ਤਾਂ ਦਿਮਾਗ ਦੇ ਵਿੱਚੋਂ ਕਨਫਿਊਜ਼ਨ ਜ਼ਰੂਰ ਖਤਮ ਹੋ ਜਾਏਗਾ ਤੇ ਸ਼ਾਇਦ ਕੋਈ ਹੱਲ ਕੰਮ ਆ ਵੀ ਜਾਏ। तो ये तरीका है एनालाइज करन दा। टू एनालाइज ए सिचुएशन ते फिर एनालाइज करके ਉਹਨੂੰ ਇੰਪਲੀਮੈਂਟ ਕਰਨ ਦਾ ਇਹ ਤਰੀਕਾ ਹੈ ਆਪਣੀ ਚਿੰਤਾ ਦੇ ਵਾਸਤੇ ਕੁਝ ਡੂ ਸਮਥਿੰਗ ਕਰਨ ਦਾ। ਡੂ ਸਮਥਿੰਗ ਅਬਾਊਟ ਇਟ ਦੇ ਇਹ ਅੰਗ ਹਨ ਉਹ ਜਿਨ੍ਹਾਂ ਨਾਲ ਅਸੀਂ ਆਪਣੀ ਸਿਚੁਏਸ਼ਨ ਨੂੰ ਇੰਪਰੂਵ ਕਰ ਸਕਦੇ ਹਾਂ। ਇਹ ਉਹ ਤਰੀਕੇ ਹਨ ਜਿਹੜੇ ਸਾਡੇ 50 ਲੱਖ ਦੇ ਨੁਕਸਾਨ ਨੂੰ 35 ਲੱਖ 'ਚ ਬਦਲਦੇ ਹਨ। ਭਾਵ ਕਿ ਜਿੰਨਾ ਅਸੀਂ ਵਰਸਟ ਪੋਸੀਬਲ ਸੋਚਿਆ ਸੀ ਨੁਕਸਾਨ ਸਹਾਰਨ ਨੂੰ ਅਸੀਂ ਤਿਆਰ ਹਾਂ, ਉਹਦੇ ਵਿੱਚੋਂ ਕੁਝ ਇੱਕ ਅਸੀਂ ਜੋ ਹੈ ਅੰਦਰੋਂ ਵਸੂਲ ਕਰ ਲਵਾਂਗੇ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਹਨ ਨਾ ਕਿ ਵੀ ਜਦੋਂ ਘਰ ਦੇ ਵਿੱਚ ਅੱਗ ਲੱਗੀ ਹੋਵੇ ਤੇ ਜਿਹੜਾ ਕੋਈ ਥੋੜਾ ਬਹੁਤਾ ਸਮਾਨ ਬਚਾ ਕੇ ਬਾਹਰ ਕੱਢ ਲਿਆ ਜਾਵੇ, ਸਮਝੋ ਉਹੀ ਨਫਾ ਹੈ। ਜੇ ਬੇੜੀ ਡੁੱਬਦੀ ਪਈ ਹੋਵੇ ਉਹਦੇ ਵਿੱਚੋਂ ਵੀ ਜੋ ਥੋੜਾ ਬਹੁਤਾ ਵੀ ਕੁਝ ਕੱਢ ਕੇ ਕਿਨਾਰੇ ਪਹੁੰਚਾ ਲਿਆ ਜਾਵੇ ਤਾਂ ਉਹਨੂੰ ਹੀ ਨਫਾ ਸਮਝੋ, ਉਹਨੂੰ ਹੀ ਭਲਾ ਸਮਝੋ। ਤਾਂ ਇਹ ਜੋ ਸਾਡੀ ਦੀ ਚਿੰਤਾ ਦੀ ਵਜ੍ਹਾ ਵਾਲੀ ਜੋ ਸਿਚੁਏਸ਼ਨ ਹੈ ਉਹਦਾ ਜੋ ਮੈਕਸਿਮਮ ਨੁਕਸਾਨ ਹੈ ਇੱਕ ਵਾਰੀ ਮਨ ਮੰਨ ਲਵੇ ਤਾਂ ਉਹਦੇ ਵਿੱਚੋਂ ਜਿੰਨਾ ਥੋੜਾ ਬਹੁਤਾ ਵੀ ਅਸੀਂ ਰਿਕਵਰ ਕਰ ਸਕੀਏ ਉਸ ਨੂੰ ਨਫਾ ਹੀ ਸਮਝੋ, ਉਹਨੂੰ ਫਾਇਦਾ ਸਮਝੋ ਤੇ ਉਹਦੇ ਸ਼ੁਕਰ ਕਰੋ। ਅਗਲਾ ਸਟੈਪ ਹੁਣ ਹੈ ਜਿਹੜਾ ਚਿੰਤਾ ਤੋਂ ਬਚਣ ਦਾ, ਕਿ ਕਿਸੇ ਤਰੀਕੇ ਅਸੀਂ ਚਿੰਤਾ ਤੋਂ ਬਚ ਸਕੀਏ। ਉਹਦੇ ਵਾਸਤੇ ਸਿਆਣਿਆਂ ਦੀ ਰਾਏ ਹੈ ਕਿ ਡੂ ਨਾਟ ਸਟੇ ਆਈਡਲ, ਕੀਪ ਬਿਜ਼ੀ। ਵਿਹਲੇ ਨਾ ਰਹੋ, ਆਪਣੇ ਆਪ ਨੂੰ ਕੰਮ ਦੇ ਵਿੱਚ ਰੁਝਾਈ ਰੱਖੋ। ਇੱਕ ਸਿਆਣੇ ਨੇ ਬੜੀ ਸੋਹਣੀ ਗੱਲ ਆਖੀ ਹੈ ਕਿ the secret of being miserable is to have the leisure to bother about whether you are happy or not। ਕਹਿੰਦੇ ਜਿਨ੍ਹਾਂ ਬੰਦਿਆਂ ਕੋਲ ਇੰਨੀ ਵੇਲ ਹੋਵੇ ਇਹ ਸੋਚਣ ਦੀ ਮੈਂ ਖੁਸ਼ ਹਾਂ ਕਿ ਨਹੀਂ ਖੁਸ਼ ਹਾਂ, ਤੇ ਮੈਂ ਕਿਹੜੇ ਹਾਲਾਤਾਂ ਦੇ ਵਿੱਚ ਹਾਂ, ਜਿਨ੍ਹਾਂ ਕੋਲ ਇੰਨੀ ਵੇਲ ਹੋਵੇ ਸਮਝ ਲਓ ਕਿ ਉਹਨਾਂ ਕੋਲ ਸ਼ੋਰ ਸ਼ਾਰਟ ਫਾਰਮੂਲਾ ਹੈ ਆਪਣੀ ਜ਼ਿੰਦਗੀ ਨੂੰ ਦੁੱਖਮਈ ਬਣਾਉਣ ਦਾ, ਆਪਣੀ ਜ਼ਿੰਦਗੀ ਦੇ ਵਿੱਚ ਦੁੱਖਾਂ ਨੂੰ ਲਿਆਉਣ ਦਾ ਸਭ ਤੋਂ ਸ਼ੋਰ ਸ਼ਾਰਟ ਫਾਰਮੂਲਾ ਹੈ। ਕੋਈ ਬੰਦਾ ਇੰਨਾ ਹੀ ਵਿਹਲਾ ਹੋਵੇ ਕਿ ਉਹ ਸੋਚਦਾ ਰਹੇ ਕਿ ਮੈਂ ਖੁਸ਼ ਹਾਂ ਕਿ ਨਹੀਂ ਹਾਂ, ਮੇਰੀ ਕੀ ਹਾਲਤ ਹੈ। ਜਿਹਦੇ ਕੋਲ ਇੰਨੀ ਵੇਲ ਹੋਵੇ ਸਮਝ ਲਓ ਉਹਦੀ ਜ਼ਿੰਦਗੀ ਜ਼ਰੂਰ ਹੀ ਦੁੱਖ ਭਰੀ ਹੋਣ ਵਾਲੀ ਹੈ। तो ਇਹਦੇ ਉਲਟ blessed is the person who is too busy to worry in the daytime and too sleepy to worry at night। ਉਹ ਬੰਦਾ ਵਾਕਈ ਹੀ ਵਡਭਾਗਾ ਹੈ ਜਿਹੜਾ ਦਿਨੇ ਇੰਨਾ ਜ਼ਿਆਦਾ ਵਿਅਸਤ ਹੈ, ਇੰਨਾ ਜ਼ਿਆਦਾ ਬਿਜ਼ੀ ਹੈ ਕਿ ਉਹਨੂੰ ਫਿਕਰ ਕਰਨ ਦਾ ਟਾਈਮ ਹੀ ਨਹੀਂ ਹੈ। ਦਿਹਾੜੀ ਸਾਰੀ ਦਿਹਾੜ ਉਹਨੂੰ ਫਿਕਰ ਕਰਨ ਦਾ ਟਾਈਮ ਨਹੀਂ ਹੈ, ਤੇ ਰਾਤ ਵੇਲੇ ਉਹ ਕੰਮਕਾਰ ਕਰਕੇ ਸਾਰਾ ਦਿਨ ਰੁੱਝਿਆ ਰਹਿ ਕੇ ਇੰਨਾ ਜ਼ਿਆਦਾ ਥੱਕ ਟੁੱਟ ਕੇ ਨੀਂਦਰ ਦਾ ਮਾਰਿਆ ਹੁੰਦਾ ਹੈ ਕਿ ਉਹਨੂੰ ਚਿੰਤਾ ਕਰਨ ਵਾਸਤੇ ਰਾਤ ਨੂੰ ਵੇਲ ਹੀ ਨਹੀਂ ਹੁੰਦੀ। ਉਹ ਸਰੀਰ ਇਤਨੀ ਜ਼ਿਆਦਾ ਨੀਂਦਰ ਉਹਦੇ ਤੇ ਭਾਰੂ ਹੋ ਜਾਂਦੀ ਹੈ ਕਿ ਉਹਦੇ ਕੋਲ ਚਿੰਤਾ ਕਰਨ ਵਾਸਤੇ ਕੁਝ ਸਮਾਂ ਬਚਦਾ ਹੀ ਨਹੀਂ ਹੈ। ਨਾ ਦਿਨੇ ਉਹਨੂੰ ਵੇਲ ਮਿਲਦੀ ਹੈ ਚਿੰਤਾ ਕਰਨ ਵਾਸਤੇ ਤੇ ਨਾ ਹੀ ਰਾਤੀ ਉਹਨੂੰ ਵੇਲ ਮਿਲਦੀ ਹੈ ਜੇ ਉਹ ਆਪਣੇ ਆਪ ਨੂੰ ਕੰਮ 'ਚ ਰੁੱਝਿਆ ਰੱਖੇ, ਵਿਹਲਾ ਨਾ ਰਹੇ। ਇੱਕ ਹੋਰ ਗੱਲ ਜਿਹੜੀ ਲੋਕਾਂ ਨੂੰ ਚਿੰਤਾ ਕਰਦੀ ਹੈ ਉਹ ਇਹ ਹੁੰਦੀ ਹੈ, ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਵੀ ਮੇਰੇ ਹਾਲਾਤ ਮਾੜੇ ਨੇ ਕੋਈ ਗੱਲ ਨਹੀਂ, ਪਰ ਮੇਰੇ ਗੁਆਂਢੀ ਤੇ ਮੇਰੇ ਤੋਂ ਚੰਗੇ ਕਿਉਂ ਨੇ। ਤਾਂ ਇਹਦੇ ਲਈ ਸਿਆਣਿਆਂ ਦੀ ਰਾਏ ਹੈ ਕਿ ਲਰਨ ਟੂ ਲਿਵ ਵਿਦਿਨ ਯੂਅਰ ਮੀਨਸ, ਡੂ ਨਾਟ ਟਰਾਈ ਟੂ ਬੀ ਵਨ ਅਪ ਔਨ ਯੂਅਰ ਨੇਬਰਸ। ਮੇਰੇ ਗੁਆਂਢੀ ਦੇ ਕੋਲ ਮਰਸੀਡੀਜ਼ ਗੱਡੀ ਹੈ, ਮੇਰੇ ਕੋਲ ਤਾਂ ਮਰੂਤੀ ਹੋਈ ਹੈ, ਇਹ ਤਾਂ ਬੜੀ ਮਾੜੀ ਗੱਲ ਹੈ। ਉਹ ਵੱਖਰੀ ਗੱਲ ਹੈ ਕਿ ਦੂਜੇ ਗੁਆਂਢੀ ਦੇ ਕੋਲ ਸਿਰਫ ਟੁੱਟੀ ਸਾਈਕਲ ਹੈ, ਉਹ ਤੇ ਮੈਨੂੰ ਨਜ਼ਰ ਨਹੀਂ ਆਏਗੀ, ਪਰ ਮੈਨੂੰ ਆਪਣੀ ਮਰੂਤੀ ਦੇ ਮੁਕਾਬਲੇ ਤੇ ਦੂਜੇ ਦੀ ਮਰਸੀਡੀਜ਼ ਨਜ਼ਰ ਆ ਰਹੀ ਹੈ ਤੇ ਮੈਂ ਤੜਪ ਰਿਹਾ। ਤਾਂ ਅਗਰ ਇਹ ਹੁਣ ਇਹਦੇ ਤਾਂ ਕੋਈ ਕਿਸੇ ਦਾ ਦੋਸ਼ ਹੈ ਨਹੀਂ ਹੈ। ਜਿਹਦੇ ਕੋਲ ਵਿਚਾਰੇ ਕੋਲ ਸਾਈਕਲ ਹੈ ਉਹਦਾ ਵੀ ਕੋਈ ਦੋਸ਼ ਨਹੀਂ ਹੈ। ਮੇਰੇ ਕੋਲ ਮਰੂਤੀ ਹੈ, ਮੇਰਾ ਕੋਈ ਦੋਸ਼ ਨਹੀਂ ਹੈ। ਜਿਹਦੇ ਕੋਲ ਮਰਸੀਡੀਜ਼ ਹੈ ਉਹਦਾ ਵੀ ਕੋਈ ਦੋਸ਼ ਨਹੀਂ ਹੈ। ਜੋ ਹਰ ਕਿਸੇ ਦੇ ਹਾਲਾਤ ਹਨ ਉਹ ਆਪੋ ਆਪਣੇ ਹਨ, ਆਪੋ ਆਪਣੇ ਸਿਚੁਏਸ਼ਨ। ਪਰਮਾਤਮਾ ਨੇ ਜਿਹੋ ਜਿਹੇ ਹਾਲ ਜਿਹਨੂੰ ਰੱਖਿਆ ਹੈ ਉਹਨੂੰ ਉਸੇ ਵਿੱਚ ਰਾਜ਼ੀ ਰਹਿਣਾ ਸਿੱਖਣਾ ਚਾਹੀਦਾ ਹੈ। तो इसलिए सियाणियां दी राय है कि जे तुसी अपने आप ਨੂੰ ਬੇਲੋੜੀ ਚਿੰਤਾ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਜਿੰਨੀ ਤੁਹਾਨੂੰ ਚਾਦਰ ਰੱਬ ਨੇ ਦਿੱਤੀ ਹੈ ਉਹਦੇ ਅੰਦਰ ਹੀ ਪੈਰ ਪਸਾਰੋ ਤੇ ਆਪਣੇ ਗੁਆਂਢੀਆਂ ਤੋਂ ਉੱਚੇ ਹੋਣ ਦੀ ਕੋਸ਼ਿਸ਼ ਨਾ ਕਰੋ। ਇੱਥੇ ਗੁਆਂਢੀਆਂ ਤੋਂ ਭਾਵ ਹੈ ਉਹ ਸਾਰੇ ਬੰਦੇ ਜਿਹੜੇ ਤੁਹਾਡੇ ਜ਼ਿੰਦਗੀ ਦੇ ਅੰਦਰ ਤੁਹਾਡੇ ਸੰਪਰਕ ਵਿੱਚ ਆਉਂਦੇ ਹਨ।
ਜਿਨ੍ਹਾਂ ਨੂੰ ਦੇਖ ਕੇ ਤੁਹਾਡੇ ਮਨ ਵਿੱਚ ਈਰਖਾ ਪੈਦਾ ਹੋਣ ਦਾ ਖਤਰਾ ਹੋਵੇ, ਉਹਨਾਂ ਤੋਂ ਉੱਚੇ ਹੋਣ ਦੀ ਕੋਸ਼ਿਸ਼ ਨਾ ਕਰੋ। ਜਿਸ ਹਾਲ ਵਿੱਚ ਪਰਮਾਤਮਾ ਰੱਖੇ ਉਸੇ ਵਿੱਚ ਰਾਜ਼ੀ ਰਹੋ। ਇਹਦਾ ਇਹ ਭਾਵ ਨਹੀਂ ਹੈ ਕਿ ਆਲਸੀ ਬਣ ਜਾਓ। ਮਿਹਨਤ ਕਰਨੀ ਤੁਹਾਡਾ ਫਰਜ਼ ਹੈ, ਪਰ ਫਲ ਦੇਣਾ ਉਹ ਪਰਮਾਤਮਾ ਦੇ ਹੱਥ ਵਿੱਚ ਹੈ। ਉਹ ਜਿੰਨਾ ਫਲ ਮਿਲਿਆ ਹੈ ਉਸੇ ਫਲ ਨੂੰ ਸਵੀਕਾਰ ਕਰੋ ਤੇ ਸ਼ੁਕਰ ਕਰੋ। ਗੁਰਬਾਣੀ ਇਸ ਪਾਸੇ ਸਾਨੂੰ ਥੋੜੀ ਸੇਧ ਦਿੰਦੀ ਹੈ ਕਿ ਬਹੁਤਾ ਹਾਸਲ ਕਰਕੇ ਵੀ ਕੋਈ ਬਹੁਤ ਜ਼ਿਆਦਾ ਕੋਈ ਸੁੱਖ ਨਹੀਂ ਮਿਲ ਜਾਂਦੇ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਪ੍ਰਮੰਤਾ, ਦੁਹੂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਪਾਲੀਏ। ਭਾਈ, ਜਿਸ ਮਨੁੱਖ ਦੇ ਘਰ ਬਹੁਤ ਮਾਇਆ ਹੁੰਦੀ ਹੈ, ਉਸ ਮਨੁੱਖ ਦੇ ਹਿਰਦੇ ਰੂਪੀ ਘਰ ਵਿੱਚ ਹਰ ਵੇਲੇ ਚਿੰਤਾ ਹੀ ਰਹਿੰਦੀ ਹੈ ਕਿ ਕਿਤੇ ਜਿੰਨੀ ਦੌਲਤ ਹੈ ਉਹ ਖੁੱਸ ਨਾ ਜਾਏ। ਤੇ ਜਿਸ ਮਨੁੱਖ ਦੇ ਘਰ ਵਿੱਚ ਥੋੜੀ ਮਾਇਆ ਹੈ, ਉਹ ਮਨੁੱਖ ਮਾਇਆ ਦੀ ਖਾਤਰ ਭਟਕਦਾ ਫਿਰਦਾ ਹੈ। ਜਿਹੜਾ ਮਨੁੱਖ ਇਹਨਾਂ ਦੋਨਾਂ ਹੀ ਹਾਲਾਤਾਂ ਤੋਂ ਬਚਿਆ ਰਹਿੰਦਾ ਹੈ, ਉਹੀ ਮਨੁੱਖ ਜਿਹੜਾ ਹੈ ਸੌਖਾ ਜੀਵਨ ਜਿਉਂਦਾ ਹੈ, ਉਹੀ ਸੁਹੇਲਾ ਹੈ। ਇਹ ਐਟੀਟਿਊਡ ਦੀ ਗੱਲ ਹੈ। ਨਾ ਬਹੁਤੇ ਦੀ ਕਾਮਨਾ ਕਰੋ, ਨਾ ਥੋੜੇ ਤੋਂ ਨਿਰਾਸ਼ ਹੋਵੋ। ਜਿਹੜਾ ਇਹਨਾਂ ਦੋਨਾਂ ਹਾਲਾਤਾਂ ਤੋਂ ਮੁਕਤ ਹੋ ਸਕਦਾ ਹੈ, ਉਹੀ ਸੁਖੀ ਜੀਵਨ ਜਿਉ ਸਕਦਾ ਹੈ। ਇਹ ਗੁਰਬਾਣੀ ਤੋਂ ਸੇਧ ਲੈ ਕੇ ਅਗਰ ਜੇ ਇਸ ਗੱਲ ਨੂੰ ਮਨ 'ਚ ਵਸਾ ਲਈਏ ਤਾਂ ਸਾਡੇ ਜੀਵਨ ਦੇ ਅੰਦਰ ਕਾਫੀ ਜ਼ਿਆਦਾ ਚਿੰਤਾ ਦੀ ਬਚਣ ਦਾ ਜੋ ਹੈ ਉਹ ਤਰੀਕਾ ਸਾਨੂੰ ਲੱਭ ਸਕਦਾ ਹੈ। ਪਰ ਚਿੰਤਾ ਐਸੀ ਚੀਜ਼ ਹੈ ਜਿਹੜੀ ਦਿਮਾਗ ਦੇ ਨਾਲ ਨਾ ਦੂਰ ਕਰਨੀ ਇੰਨੀ ਸੌਖੀ ਹੁੰਦੀ ਨਹੀਂ। ਅਸੀਂ ਗੁਰਬਾਣੀ ਤੋਂ ਵੀ ਸਿੱਖਿਆ ਲਈ ਹੈ, ਹੋਰ ਸਿਆਣਿਆਂ ਦੇ ਵੀ ਕਥਨ ਸੁਣੇ ਹਨ, ਸਾਨੂੰ ਸ਼ਾਇਦ ਚੰਗੇ ਵੀ ਲੱਗੇ ਹੋਣ, ਸਾਡਾ ਦਿਲ ਵੀ ਕੀਤਾ ਹੋਵੇ ਹਾਂ ਇਹ ਅਪਣਾਉਣ ਯੋਗ ਹਨ, ਇਹਨਾਂ ਨੂੰ ਜ਼ਿੰਦਗੀ ਵਿੱਚ ਅਪਣਾ ਲੈਣਾ ਚਾਹੀਦਾ ਹੈ। ਪਰ ਅਪਣਾ ਲੈਣਾ, ਪ੍ਰੈਕਟੀਕਲੀ ਇੰਪਲੀਮੈਂਟ ਕਰ ਲੈਣਾ ਇੰਨਾ ਕੋਈ ਸੌਖਾ ਹੁੰਦਾ ਨਹੀਂ ਹੈ। ਇਹ ਸਭ ਕੁਝ ਸੋਚਣ ਦੇ ਬਾਵਜੂਦ ਵੀ ਜ਼ਿੰਦਗੀ ਦੇ ਅੰਦਰ ਚਿੰਤਾਵਾਂ, ਫਿਕਰ ਫਿਰ ਵੀ ਸਾਨੂੰ ਆ ਸਕਦੇ ਹਨ, ਗ੍ਰਸ ਸਕਦੇ ਹਨ। ਤੇ ਕਦੀ ਨਾ ਕਦੀ ਐਸੀ ਸਿਚੁਏਸ਼ਨ ਹਰ ਕਿਸੇ ਦੇ ਨਾਲ ਵਾਪਰਦੀ ਹੈ ਕਿ ਜਦੋਂ ਉਹਨੂੰ ਕਿਸੇ ਨਾ ਕਿਸੇ ਗੱਲ ਦੀ ਚਿੰਤਾ ਲੱਗ ਹੀ ਜਾਂਦੀ ਹੈ। ਜਦੋਂ ਐਸਾ ਹੋ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ? ਤਾਂ ਉੱਥੇ ਸਿਆਣਿਆਂ ਦੀ ਰਾਏ ਹੈ ਕਿ ਪੁੱਟ ਏ ਸਟਾਪ ਲਾਸ ਆਰਡਰ ਔਨ ਯੋਰ ਵਰੀਜ਼। ਇਹ ਸਟਾਪ ਲਾਸ ਆਰਡਰ ਕੀ ਹੁੰਦਾ ਹੈ ਜੀ? ਕਿ ਜਿਹੜੇ ਲੋਕ ਫਾਈਨੈਂਸ਼ੀਅਲ ਮਾਰਕੀਟਸ ਦੇ ਵੀ ਟ੍ਰੇਡਿੰਗ ਕਰਦੇ ਹਨ ਜਾਂ ਇਨਵੈਸਟਮੈਂਟ ਕਰਦੇ ਹਨ, ਉਹ ਇਸ ਐਕਸਪ੍ਰੈਸ਼ਨ ਤੋਂ ਬੜੀ ਚੰਗੀ ਤਰ੍ਹਾਂ ਜਾਣੂ ਹੋਣਗੇ। ਜਦੋਂ ਵੀ ਕੋਈ ਇਨਵੈਸਟਮੈਂਟ ਕਰਨ ਵਾਲਾ ਜਾਂ ਫਾਈਨੈਂਸ਼ੀਅਲ ਇੰਸਟਰੂਮੈਂਟ ਦੀ ਟ੍ਰੇਡਿੰਗ ਕਰਨ ਵਾਲਾ ਬੰਦਾ ਕੋਈ ਵੀ ਚੀਜ਼ ਖਰੀਦਦਾ ਹੈ ਜਾਂ ਵੇਚਦਾ ਹੈ, ਤਾਂ ਉਹ ਹਰ ਸੌਦੇ ਦਾ ਪਹਿਲਾਂ ਤੋਂ ਹੀ ਗਿਣ ਮਿਥ ਲੈਂਦਾ ਹੈ ਕਿ ਮੈਂ ਇਸ ਸੌਦੇ ਵਿੱਚ ਇੰਨਾ ਨੁਕਸਾਨ ਸਹਾਰਨ ਵਾਸਤੇ ਤਿਆਰ ਹਾਂ, ਇਸ ਤੋਂ ਵੱਧ ਨੁਕਸਾਨ ਮੈਂ ਨਹੀਂ ਦਿਆਂਗਾ। ਤੇ ਜੇ ਮੰਨ ਲਓ ਬਾਜ਼ਾਰ ਦੇ ਭਾਅ ਮੇਰੀ ਪੋਜੀਸ਼ਨ ਤੋਂ ਪੁੱਠੇ ਹੋਣੇ ਸ਼ੁਰੂ ਹੋ ਜਾਣ, ਮੈਂ ਚੀਜ਼ ਖਰੀਦੀ ਹੋਈ ਹੈ, ਮੇਰੀ ਵਾਲੀ ਚੀਜ਼ ਦੇ ਭਾਅ ਗਿਰਨੇ ਸ਼ੁਰੂ ਹੋ ਜਾਣਗੇ, ਤੇ ਕਿੰਨਾ ਰੇਟ ਹੋਏਗਾ ਤੇ ਮੈਂ ਜਿੱਦਾਂ ਮੇਰੇ ਨੁਕਸਾਨ ਦੀ ਲਿਮਿਟ ਆਏਗੀ ਤੇ ਮੈਂ ਸੌਦਾ ਕੱਟ ਕੇ ਨੁਕਸਾਨ ਸਹਾਰ ਲਵਾਂਗਾ ਤੇ ਸੌਦੇ ਤੋਂ ਬਾਹਰ ਹੋ ਜਾਵਾਂਗਾ। ਇੱਕ ਫਿਗਰ ਲੈ ਲਈਏ ਅਸੀਂ, ਮੰਨ ਲਓ ਅਸੀਂ ਕੋਈ ਇੱਕ ਚੀਜ਼ ਹੈ 100 ਰੁਪਏ ਕਿਲੋ ਖਰੀਦੀ ਹੈ, ਤੇ ਸੋਚ ਕੇ ਕਿ ਵੀ ਇਹ ਭਾਅ ਆਉਣ ਵਾਲੇ ਸਮੇਂ 'ਚ ਇਹਦੀ ਤੇਜ਼ੀ ਆਏਗੀ ਤੇ ਮੈਂ 110 ਰੁਪਏ 120 ਰੁਪਏ ਨੂੰ ਵੇਚ ਦਿਆਂਗਾ। ਪਰ ਸਾਡੇ ਖਰੀਦਣ ਤੋਂ ਬਾਅਦ ਉਹ ਉੱਪਰ ਤਾਂ ਜਾਂਦੀ ਨਹੀਂ ਹੈ, ਉਹ 100 ਵਾਲੀ 99 ਹੋ ਜਾਂਦੀ ਹੈ, 98 ਹੋ ਜਾਂਦੀ ਹੈ, ਫਿਰ 95 ਹੋ ਜਾਂਦੀ ਹੈ। ਤੇ ਹੁਣ ਸਾਨੂੰ ਫਿਕਰ ਲੱਗ ਜਾਂਦਾ ਵੀ ਇਹ ਤੇ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਤੇ ਫਿਰ ਕੀ ਹੋਏਗਾ? ਹੁਣ ਜਾਂ ਤੇ ਮੇਰੇ ਕੋਲ ਕੋਈ ਲਿਮਿਟ ਪਹਿਲਾਂ ਤੋਂ ਹੀ ਦਿਮਾਗ ਵਿੱਚ ਹੋਵੇ ਕਿ ਵੀ ਜੇ 90 ਰੁਪਏ ਤੋਂ ਥੱਲੇ ਗਈ ਤੇ ਮੈਂ ਇਸ ਤੋਂ ਵੱਧ ਨੁਕਸਾਨ ਨਹੀਂ ਦੇਖਣਾ, ਮੈਂ 90 ਰੁਪਏ ਦੇ ਉੱਤੇ ਸੌਦਾ ਕੱਟ ਕੇ ਬਾਹਰ ਹੋ ਜਾਵਾਂਗਾ, ਮੇਰਾ ਵੱਧ ਤੋਂ ਵੱਧ 10 ਰੁਪਏ ਕਿਲੋ ਦਾ ਨੁਕਸਾਨ ਹੈ, ਮੈਂ ਇਸ ਤੋਂ ਵੱਧ ਨਹੀਂ ਦੇਣਾ। ਤੇ ਉਹ ਹੁੰਦਾ ਕੀ ਹੈ, ਜੇ ਇਹੋ ਜਿਹੀ ਲਿਮਿਟ ਨਾ ਹੋਵੇ ਤਾਂ ਸਪੋਜ਼ ਕਰੋ ਕਿ ਭਾਅ 90 ਰੁਪਏ ਵੀ ਰਹਿ ਗਿਆ, ਫਿਰ ਉਸੇ ਦਾ ਕੱਲ ਨੂੰ 80 ਵੀ ਹੋ ਜਾਏ, 60 ਵੀ ਹੋ ਜਾਏ, 50 ਵੀ ਹੋ ਜਾਵੇ। ਜਿਵੇਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਤੁਸੀਂ ਪਿਛਲੇ ਦਿਨਾਂ ਵਿੱਚ ਸੁਣਿਆ ਹੋਏਗਾ ਕਿ ਕਰੂਡ ਆਇਲ ਜਿਹੜਾ ਹੈ ਉਹਦਾ ਭਾਅ ਕਦੀ ਜੋ 50-60 ਡਾਲਰ ਹੁੰਦਾ ਸੀ, 70 ਡਾਲਰ ਹੁੰਦਾ ਸੀਗਾ, ਉਹ ਗਿਰਦਾ 15-16 ਡਾਲਰ ਤੱਕ ਚਲਾ ਗਿਆ, ਫਿਰ ਹੁਣ ਚੜ੍ਹ ਕੇ 30-40 ਤੇ ਆ ਗਿਆ। ਕੋਈ ਕਈ ਇਹ ਜਿਹੜੀਆਂ ਕਮੋਡਿਟੀਜ਼ ਨੇ ਜਾਂ ਹੋਰ ਸਟਾਕਸ ਹੁੰਦੇ ਹਨ, ਉਹਨਾਂ ਦੇ ਭਾਵਾਂ 'ਚ ਉਤਾਰ ਚੜ੍ਹਾਅ ਆਉਂਦੇ ਹੀ ਰਹਿੰਦੇ ਹਨ। ਉਹ ਇਸੇ ਤਰ੍ਹਾਂ ਹੀ ਵਪਾਰ ਕਰਨ ਵਾਲਿਆਂ ਦੇ ਜ਼ਿੰਦਗੀ ਦੇ ਅੰਦਰ ਵੀ ਕਈ ਚੀਜ਼ਾਂ ਦੇ ਭਾਵਾਂ ਦੇ 'ਚ ਉੱਤੇ ਊਂਚ ਨੀਚ ਹੁੰਦੀ ਰਹਿੰਦੀ ਹੈ। ਜਾਂ ਮੇਰੇ ਭਾਵ ਦੀ ਗੱਲ ਨਹੀਂ ਹੈ, ਜੋ ਵੀ ਕੋਈ ਵਪਾਰ ਕਰਦਾ ਹੈ ਨਫਾ ਨੁਕਸਾਨ ਤਾਂ ਉਹਦੇ 'ਚ ਹੁੰਦਾ ਹੀ ਰਹਿੰਦਾ ਹੈ। ਔਰ ਜ਼ਿੰਦਗੀ ਦੇ ਅੰਦਰ ਵੀ ਐਸੇ ਕਈ ਹਾਲਾਤ ਆਉਂਦੇ ਰਹਿੰਦੇ ਹਨ ਜਿਨ੍ਹਾਂ 'ਚ ਸਾਨੂੰ ਲੱਗਦਾ ਹੈ ਇਹ ਤਾਂ ਚੰਗਾ ਹੋ ਗਿਆ, ਦੂਜੇ ਪਾਸੇ ਲੱਗਦਾ ਨਹੀਂ ਇਸ ਕੰਮ ਦਾ ਨੁਕਸਾਨ ਹੋ ਗਿਆ। ਤਾਂ ਜੋ ਕੁਝ ਵੀ ਹੋਵੇ
ਕੋਈ ਵੀ ਸਿਚੁਏਸ਼ਨ ਫੇਸ ਕਰਨੀ ਹੋਵੇ, ਸਾਡੇ ਮਾਈਂਡ ਦੇ ਅੰਦਰ ਇੱਕ ਪਹਿਲਾਂ ਤੋਂ ਹੀ ਇੱਕ ਹੱਦ ਬੰਨੀ ਹੋਈ ਹੋਣੀ ਚਾਹੀਦੀ ਹੈ ਕਿ ਮੈਂ ਇਸ ਸਿਚੁਏਸ਼ਨ ਵਿੱਚ ਵੱਧ ਤੋਂ ਵੱਧ ਨੁਕਸਾਨ ਕਿੰਨਾ ਸਹਾਰ ਸਕਦਾ। ਮੈਂ ਆਮ ਜ਼ਿੰਦਗੀ ਚੋਂ ਇੱਕ ਮਿਸਾਲ ਦਿੰਦਾ ਹਾਂ। ਪੁਰਾਣੇ ਜ਼ਮਾਨੇ ਦੀ ਗੱਲ ਹੈ, ਜਦੋਂ ਮੋਬਾਈਲ ਫੋਨ ਨਹੀਂ ਸਨ ਹੁੰਦੇ ਤੇ ਲੈਂਡਲਾਈਨ ਵੀ ਹਰ ਕਿਸੇ ਕੋਲ ਨਹੀਂ ਸੀ ਹੁੰਦੀ। तो एक बंदे दे नाल मैं अपॉइंटमेंट फिक्स की कि बई मैं तेरे नाल फलाने कनॉट प्लेस दे फलानी जगह दे उत्ते कल नूं दुपहरे 1 ਵਜੇ ਮਿਲਾਂਗਾ। ਅਸੀਂ ਉੱਥੇ ਫਿਰ ਕਿਸੇ ਥਾਂ ਤੇ ਰਲ ਕੇ ਬੈਠਾਂਗੇ ਤੇ ਵਿਚਾਰ ਵਟਾਂਦਰਾ ਕਰਾਂਗੇ, ਡਿਸਕਸ਼ਨ ਕਰਾਂਗੇ। 1 ਵਜੇ ਦੀ ਮੀਟਿੰਗ ਫਿਕਸ ਕਰ ਲਈ। तो मैं पूरे 1 ਵਜੇ ਤੋਂ 5 ਮਿੰਟ ਪਹਿਲਾਂ ਉਸ ਜਗ੍ਹਾ ਤੇ ਪਹੁੰਚ ਗਿਆ। ਹੁਣ ਮੈਂ ਉਹਦੀ ਉਡੀਕ ਕਰ ਰਿਹਾ ਹਾਂ। तो 5 ਮਿੰਟ ਉੱਪਰ ਹੋ ਗਏ, 10 ਮਿੰਟ ਵੀ ਉੱਪਰ ਹੋ ਗਏ, 1:15 ਹੋ ਗਿਆ, ਹੁਣ 1:20 ਹੋ ਗਏ। ਤਾਂ ਹੁਣ ਮੈਂ ਕੀ ਕਰਾਂ? ਮੈਂ ਉਹਨੂੰ ਟੈਲੀਫੋਨ ਵੀ ਨਹੀਂ ਕਰ ਸਕਦਾ, ਉਹ ਮੈਨੂੰ ਕੰਟੈਕਟ ਨਹੀਂ ਕਰ ਸਕਦਾ, ਕੋਈ ਤਰੀਕਾ ਵੀ ਨਹੀਂ ਹੈ ਕਿ ਮੈਨੂੰ ਪਤਾ ਲੱਗੇ ਵੀ ਉਹ ਹੈ ਕਿੱਥੇ ਹੈ, ਕਿ ਉਹ ਆ ਵੀ ਰਿਹਾ ਹੈ ਕਿ ਨਹੀਂ ਆ ਰਿਹਾ, ਕਿਤੇ ਭੁੱਲ ਤਾਂ ਨਹੀਂ ਗਿਆ। ਤਾਂ ਫਿਰ ਮੈਂ ਉਦੋਂ ਇੱਕ ਸਿਸਟਮ ਇਹ ਅਪਣਾਇਆ ਸੀਗਾ, ਸਟਾਪ ਲਾਸ ਹੈ ਮੇਰਾ, ਕਿ ਮੈਂ 20 ਮਿੰਟ ਤੋਂ ਜ਼ਿਆਦਾ ਡਿਲੇ ਨਹੀਂ ਸਹਾਰਾਂਗਾ। ਜੇ 1:20 ਮਿੰਟ ਤੱਕ ਉਹ ਬੰਦਾ ਆ ਗਿਆ ਤੇ ਠੀਕ ਹੈ, ਨਹੀਂ ਤੇ ਮੈਂ ਇੱਥੋਂ ਚਲੇ ਜਾ। ਹੁਣ ਭਾਵੇਂ ਉਹ ਪਿੱਛੋਂ ਆ ਜਾਵੇ, ਹੁਣ ਉਹ ਮੇਰੀ ਉਡੀਕ ਕਰੇ, ਮੈਂ ਉਹਦੀ ਉਡੀਕ ਨਹੀਂ ਕਰਾਂ। तो ये स्टॉप लॉस आर्डर सीगा। आम जिंदगी च भी असीं इस फार्मूले नूं अपना सकते हैं। तो ਇਹਦਾ ਭਾਵ ਸਿਰਫ ਇਹੀ ਹੈ ਕਿ ਸਿਚੁਏਸ਼ਨ ਨੂੰ ਇੰਨਾ ਮਾੜਾ ਨਾ ਹੋਣ ਦਿਓ ਕਿ ਜਿਹੜੀ ਤੁਹਾਡੀ ਟੋਲਰੈਂਸ ਦੀ ਲਿਮਿਟ ਤੋਂ ਵੀ ਪਾਰ ਹੋ ਜਾਵੇ। ਜੇ ਕਿਸੇ ਬੰਦੇ ਨੇ 100 ਰੁਪਏ ਦੀ ਕੋਈ ਚੀਜ਼ ਖਰੀਦੀ ਹੈ ਤੇ ਉਹਦੀ ਕੈਪੈਸਿਟੀ ਹੈ ਕਿ ਉਹ 10-20 ਰੁਪਏ ਦਾ ਨੁਕਸਾਨ ਸਹਾਰਨ ਜੋਗਾ ਹੈ, ਤੇ ਉਹ 90 ਰੁਪਏ ਦੀ ਲਿਮਿਟ ਲਗਾ ਲਵੇ ਤਾਂ ਸਮਝੋ ਅਜੇ ਵੀ ਉਹਦੇ ਕੋਲ ਕੈਪੈਸਿਟੀ ਬਚੀ ਹੈ ਕੁਝ ਹੋਰ ਫਿਰ ਮੁੜ ਕੇ ਕੰਮ ਕਰਨ ਜੋਗੀ। ਤੇ ਜੇ ਉਹ ਭਾਅ 100 ਤੋਂ ਗਿਰਦਾ 50 ਰਹਿ ਗਿਆ, ਉਹ ਤੇ ਬਰਬਾਦ ਹੋ ਜਾਏਗਾ ਤੇ ਮੁੜ ਕੇ ਕੰਮ ਕਰਨ ਜੋਗਾ ਹੀ ਨਹੀਂ ਰਹੇ। तो इसलिए ये स्टॉप लॉस आर्डर जिंदगी के हर पहलू ते यूजफुल चीज़ है, जिन्हों अपना लेना काम आंदा है जिंदगी के अंदर। यदि एक मिसाल मैं आम जिंदगी च तुहानूं सुनाई है। तो ये हुंदा की है जिंदगी दे विच, एक बंदा कहंदा, मार्क ट्वेन का कथन है कि आई हैव सीन मैनी ट्रबल्स इन माई टाइम, ओनली हाफ ऑफ विच एवर केम ट्रू। ਹੁਣ ਕਈ ਬੰਦੇ ਕਹਿੰਦੇ ਹਨ ਕਿ ਜੇ ਸਟਾਪ ਲਾਸ ਲਗਾ ਦਿਓ ਉਹ ਤੇ ਲੱਗੇਗਾ ਤੇ ਨੁਕਸਾਨ ਤੇ ਹੋ ਹੀ ਜਾਏਗਾ, ਕੀ ਪਤਾ ਤੁਸੀਂ ਇੰਤਜ਼ਾਰ ਕਰ ਲਵੋ ਕਿ ਉਹ ਠੀਕ ਹੀ ਹੋ ਜਾਵੇ। ਪਰ ਉਹ ਕੀ ਪਤਾ ਜਿਹੜਾ ਹੈ ਨਾ, ਉਹ ਇਹ ਨਹੀਂ ਪਤਾ ਹੁੰਦਾ ਕਿ ਉਹ 90 ਵਾਲੀ ਚੀਜ਼ ਨੇ 110 ਹੋਣਾ ਹੈ ਕਿ 90 ਵਾਲੀ ਚੀਜ਼ ਨੇ 45 ਰਹਿ ਜਾਣਾ। ਤਾਂ ਇਸ ਕਰਕੇ ਇੱਕ ਲਿਮਿਟ ਜ਼ਰੂਰ ਹੋਣੀ ਚਾਹੀਦੀ ਹੈ, ਪਰ ਆਸ ਕਦੀ ਛੱਡਣੀ ਨਹੀਂ ਚਾਹੀਦੀ। ਜੋ ਤੁਹਾਡੀ ਲਿਮਿਟ ਦੇ ਅੰਦਰ ਅੰਦਰ ਅਗਰ ਹੈ ਤਾਂ ਘਬਰਾਹਟ ਦੇ ਵਿੱਚ ਪਹਿਲਾਂ ਹੀ ਉਸ ਸੌਦੇ ਚੋਂ ਬਾਹਰ ਨਾ ਨਿਕਲ ਜਾਓ, ਤੜਫੋ ਨਾ, ਚਿੰਤਾ ਨਾ ਕਰੋ। ਮਾਰਕ ਟਵੇਨ ਦਾ ਕਥਨ ਹੈ ਕਿ ਮੈਂ ਜ਼ਿੰਦਗੀ ਵਿੱਚ ਕਈ ਐਸੀਆਂ ਮੁਸ਼ਕਲਾਂ, ਐਸੀਆਂ ਮੁਸੀਬਤਾਂ ਆਪਣੇ ਟਾਈਮ ਵਿੱਚ ਵੇਖੀਆਂ ਨੇ ਜਿਨ੍ਹਾਂ ਦੇ ਵਿੱਚੋਂ ਸਿਰਫ ਅੱਧੀਆਂ ਹੀ ਅਸਲ ਵਿੱਚ ਵਾਪਰਦੀਆਂ ਨੇ। ਅਸੀਂ ਕਈ ਵਾਰੀ ਕੋਈ ਸੌਦਾ ਕਰਕੇ ਸੋਚਦੇ ਹਾਂ ਵੀ ਇਹਦੇ ਵਿੱਚ ਤਾਂ ਕਿਸੇ ਨੂੰ ਘਾਟਾ ਹੋਣ ਵਾਲਾ ਹੈ। ਅੱਜ ਹੀ ਮੈਂ 100 ਰੁਪਏ 'ਚ ਖਰੀਦੀ ਸੀ, ਅੱਜ ਹੀ 95 ਰੁਪਏ ਰਹਿ ਗਈ ਹੈ, ਕੱਲ ਤਾਂ ਗਈ ਤੇ ਮੇਰਾ ਸਟਾਪ ਲਾਸ ਲੱਗ ਜਾਏਗਾ, 90 ਰਹਿ ਜਾਏਗਾ, ਜਾਂ ਕੀ ਪਤਾ ਕੱਲ ਜਦੋਂ ਦਿਨ ਦਿਹਾੜੀ ਸ਼ੁਰੂ ਹੋਵੇ ਤੇ ਸ਼ੁਰੂ ਹੀ 90 ਤੋਂ ਥੱਲੇ ਹੋਵੇ। तो मैं बड़ा फिक्र करांगा, रात ਨੂੰ ਸੋਵਾਂਗਾ ਨਹੀਂ। ਪਰ ਉਹ ਕਹਿੰਦਾ ਐਸਾ ਕਰਨ ਦੀ ਲੋੜ ਨਹੀਂ ਹੈ, ਅਗਲਾ ਦਿਨ ਚੜਨ ਦਿਓ, ਜੋ ਅਸਲੀਅਤ ਵਿੱਚ ਹਾਲ ਹੋਣਗੇ ਉਹਨਾਂ ਨੂੰ ਫੇਸ ਕਰੋ। तो कोई ਵੱਡੀ ਗੱਲ ਨਹੀਂ ਹੈ ਕਿ ਅਗਲੇ ਦਿਨ ਫਿਰ ਮੁੜ ਕੇ 100 ਤੋਂ ਉੱਪਰ ਹੀ ਰੇਟ ਨਜ਼ਰ ਆਣਾ ਸ਼ੁਰੂ ਹੋ ਜਾਵੇ। तो ਇਸ ਲਈ ਸਮੇਂ ਆਉਣ ਤੋਂ ਪਹਿਲਾਂ ਹੀ ਫਿਕਰ ਨਹੀਂ ਕਰਨਾ ਚਾਹੀਦਾ। ਸੋ ਇੱਕ ਸਿਆਣੇ ਦਾ ਹੋਰ ਕਥਨ ਹੈ ਕਿ ਟੁਡੇ ਇਜ਼ ਦੀ ਟੁਮਾਰੋ, ਵੀ ਵਰੀਡ ਅਬਾਊਟ ਯੈਸਟਰਡੇ। ਉਹ ਜਿਹੜਾ ਬੀਤਿਆ ਹੋਇਆ ਕੱਲ ਹੈ, ਉਹਦੇ ਵਿੱਚ ਜਿਸ ਆਉਣ ਵਾਲੇ ਕੱਲ ਦੀ ਚਿੰਤਾ ਅਸੀਂ ਕਰ ਰਹੇ ਸਾਂ, ਉਹ ਅੱਜ ਦਾ ਦਿਨ ਹੈ। ਜਿਹੜਾ ਚੰਗਾ ਭਲਾ ਬੀਤ ਰਿਹਾ ਹੈ, ਠੀਕ ਠਾਕ ਬੀਤ ਰਿਹਾ ਹੈ, ਉਹ ਇਸ ਲਈ ਜਿਹੜਾ ਕੱਲ ਅਸੀਂ ਫਿਕਰ ਕਰ ਰਹੇ ਸਾਂ ਉਹ ਕਰਨ ਦੀ ਲੋੜ ਨਹੀਂ ਸੀ। ਇਸੇ ਤਰ੍ਹਾਂ ਹੀ ਹੈਨਰੀ ਫੋਰਡ ਦਾ ਕਥਨ ਹੈ, ਆਈ ਬਿਲੀਵ ਗੋਡ ਇਜ਼ ਮੈਨੇਜਿੰਗ ਅਫੇਅਰਸ ਐਂਡ ਦੈਟ ਹੀ ਡਜ਼ਨਟ ਨੀਡ ਐਨੀ ਐਡਵਾਈਸ ਫਰਮ ਮੀ। ਉਹ ਕਹਿੰਦਾ ਹੈ ਪਰਮਾਤਮਾ ਸਾਰੀ ਦੁਨੀਆ ਨੂੰ ਚਲਾ ਰਿਹਾ ਹੈ, ਮੇਰੇ ਕੰਮ ਵੀ ਉਹ ਦੇਖ ਰਿਹਾ ਹੈ ਤੇ ਉਹਨੂੰ ਮੇਰੇ ਕੋਲੋਂ ਸਲਾਹ ਲੈਣ ਦੀ ਲੋੜ ਨਹੀਂ ਹੈ। ਕਿ ਜਦੋਂ ਰੱਬ ਇੰਚਾਰਜ ਹੈ ਤੇ ਮੈਨੂੰ ਉਮੀਦ ਹੈ ਕਿ ਮੈਨੂੰ ਯਕੀਨ ਹੈ ਕਿ ਹਰ ਚੀਜ਼ ਬਿਲਕੁਲ ਠੀਕ ਠਾਕ ਹੀ ਹੋਏਗੀ, ਤੇ ਇਸ ਕਰਕੇ ਮੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। तो गुरबाणी सानू की सेध देंदी है, चिंता मत करो, चिंता किसकी चल मैं जंतु पायन,
तिना विरोधी दे उथे हट न चलई ना को किरस करे सोदा मूल न होवई ना को लय न दे जिया का आहार दी खाना ए करे निज उपाय सायरा बिना बेसार करे नानक चिंता मत करो चिंता तिस ही है नानक चिंता मत करो चिंता तिस ही है। ਸੋ ਜਿਵੇਂ ਹੈਨਰੀ ਫੋਰਡ ਨੇ ਕਿਹਾ ਸੀਗਾ, ਉਹਨੇ ਗੱਲ ਗੁਰਬਾਣੀ ਦੇ ਅਨੁਕੂਲ ਹੀ ਕੀਤੀ ਸੀਗੀ, ਚਿੰਤਾ ਤਿਸ ਹੀ ਹੈ। ਹੁਣ ਇੱਕ ਮਸਲਾ ਸਿਰਫ ਹੋਰ ਰਹਿ ਗਿਆ ਹੈ। ਕਈ ਵਾਰੀ ਅਸੀਂ ਜ਼ਿੰਦਗੀ 'ਚ ਦੇਖਦੇ ਹਾਂ ਕਿ ਕੋਈ ਬੰਦੇ ਸਾਡੇ ਨਾਲ ਜ਼ਿਆਦਤੀ ਕਰਦੇ ਹਨ, ਅਸੀਂ ਕਿਸੇ ਦਾ ਨੁਕਸਾਨ ਨਹੀਂ ਕੀਤਾ ਹੁੰਦਾ, ਪਰ ਫਿਰ ਵੀ ਸਾਡੇ ਨਾਲ ਜ਼ਿਆਦਤੀ ਹੋ ਜਾਂਦੀ ਹੈ ਤੇ ਸਾਡੇ ਮਨ ਦੇ ਵਿੱਚ ਫਿਰ ਤੜਪ ਹੁੰਦੀ ਹੈ ਕਿ ਮੈਂ ਇਹਦੇ ਨਾਲ ਬਦਲਾ ਲੈਣਾ ਹੈ ਇਹਦੇ ਕੋਲੋਂ। ਉਸ ਗੱਲ ਦੀ ਸਾਨੂੰ ਫਿਕਰ ਖਾਈ ਜਾਂਦੀ ਹੈ ਕਿ ਉਹਨੇ ਮੇਰੇ ਨਾਲ ਜ਼ਿਆਦਤੀ ਕੀਤੀ, ਮੇਰੀ ਬੇਇੱਜ਼ਤੀ ਕਰ ਗਿਆ, ਹੁਣ ਮੈਂ ਉਹਨੂੰ ਜਦ ਤੱਕ ਦੁਨੀਆ ਦੇ ਸਾਹਮਣੇ ਥੱਲੇ ਨਾ ਲਾ ਲਵਾਂ ਮੈਂ ਤੇ ਚੈਨ ਨਾਲ ਬੈਠਾਂਗਾ। ਪਰ ਸਿਆਣੇ ਕਹਿੰਦੇ ਹਨ ਕਿ ਨਹੀਂ, ਇਹ ਬਦਲੇ ਦੀ ਭਾਵਨਾ ਆਪਣੇ ਮਨ 'ਚ ਨਾ ਰੱਖੋ, ਇਹ ਤੁਹਾਡੇ ਵਾਸਤੇ ਆਪਣੇ ਵਾਸਤੇ ਚੰਗੀ ਨਹੀਂ ਹੈ। ਹਮੇਸ਼ਾ ਦੂਜਿਆਂ ਦਾ ਭਲਾ ਕਰਨ ਦੀ ਸੋਚੋ, ਦੂਜਿਆਂ ਦਾ ਭਲਾ ਕੀਤਾ ਹੋਇਆ ਕੰਮ ਅੱਗੇ ਤੁਹਾਡੀ ਭਲਾਈ ਦੇ ਵਿੱਚ ਸਾਹਮਣੇ ਆਉਂਦਾ ਹੈ। ਗੁਰਬਾਣੀ 'ਚ ਵੀ ਇਹ ਗੱਲ ਸਮਝਾਈ ਜਾਂਦੀ ਹੈ ਸਾਨੂੰ ਕਿ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਤੇ ਫਰੀਦ ਜੀ ਦੇ ਸ਼ਲੋਕਾਂ 'ਚ ਵੀ ਇੱਕ ਗੱਲ ਆਉਂਦੀ ਹੈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਝ ਪਾਏ। ਇਹ ਫਰੀਦ, ਬੁਰਾਈ ਕਰਨ ਵਾਲੇ ਨਾਲ ਵੀ ਭਲਾਈ ਕਰ ਤੇ ਮਨ ਵਿੱਚ ਗੁੱਸਾ ਨਾ ਆਉਣ ਦੇ। ਇਸ ਤਰ੍ਹਾਂ ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਤੇ ਹਰੇਕ ਪਦਾਰਥ ਭਾਵ ਤੇਰੇ ਚੰਗੇ ਗੁਣ ਸਾਂਭੇ ਰਹਿੰਦੇ ਹਨ। ਸੋ ਇਹ ਗੱਲਾਂ ਸੁਣ ਕੇ ਫਿਰ ਕਈਆਂ ਦੇ ਮਨ 'ਚ ਖਿਆਲ ਆਉਂਦਾ ਹੋਏਗਾ ਜੀ ਇਹ ਗੱਲਾਂ ਕਹਿਣੀਆਂ ਹਨ ਤੇ ਬੜੀਆਂ ਸੌਖੀਆਂ ਕਿ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਪਰ ਇਨਸਾਨ ਤਾਂ ਇਨਸਾਨ ਹੈ, ਗੁੱਸਾ ਤਾਂ ਆ ਹੀ ਜਾਂਦਾ ਹੈ। ਤੇ ਪਰ ਕਈ ਅਸੀਂ ਆਲੇ ਦੁਆਲੇ ਅਸੀਂ ਵੇਖਦੇ ਹਾਂ ਵੀ ਕਈਆਂ ਨੂੰ ਨਹੀਂ ਵੀ ਆਉਂਦਾ ਗੁੱਸਾ। तो ये करना किवें चाहिए, किवें पॉसिबल है, कि मुमकिन किवें है। सो हाउ डू वी मैनेज टू डू ऑल दिस, हाउ टू डेवलप सच एन एटीट्यूड, ये काम किवें हो सकता है, ये साडे जीवन विच ये रवैया ਅਸੀਂ ਕਿਵੇਂ ਅਪਣਾ ਸਕਦੇ ਹਾਂ। तो ਉਹਦੇ ਵਾਸਤੇ ਜੋ ਗੁਰਬਾਣੀ ਦੀ ਸਾਨੂੰ ਸੇਧ ਹੈ ਕਿ ਜਿਹੜਾ ਕੰਮ ਤੁਹਾਨੂੰ ਲੱਗੇ ਵੀ ਤੁਹਾਡੇ ਆਪਣੇ ਵੱਸ ਦਾ ਨਹੀਂ ਹੈ, ਤੁਹਾਡਾ ਮਨ ਅਜੇ ਪੂਰੀ ਤਰ੍ਹਾਂ ਤਿਆਰ ਨਹੀਂ ਹੈ ਇਸ ਕੰਮ ਨੂੰ ਕਰਨ ਦੇ ਵਾਸਤੇ, ਤਾਂ ਉਸ ਕੰਮ ਵਾਸਤੇ ਇੱਕ ਐਸੇ ਬਲਵਾਨ, ਐਸੇ ਸਮਰੱਥ ਸਾਥੀ ਦੀ ਸਹਾਇਤਾ ਲਵੋ ਜਿਹੜਾ ਸਭ ਕੁਝ ਕਰਨ ਦੇ ਸਮਰੱਥ ਹੋਵੇ। ਉਹ ਸਾਡਾ ਸਾਥੀ, ਸਾਡਾ ਸਭ ਕੁਝ ਕਰਨ ਦੇ ਸਮਰੱਥ ਹੈ ਪ੍ਰਭੂ ਪਰਮਾਤਮਾ। ਉਹਦੇ ਅੱਗੇ ਅਸੀਂ ਜੇ ਅਰਦਾਸ ਕਰੀਏ ਤੇ ਉਹ ਜ਼ਰੂਰ ਸਾਡੀ ਸਹਾਇਤਾ ਕਰੇਗਾ। ਗੁਰਬਾਣੀ ਦਾ ਫਰਮਾਨ ਹੈ, ਰੱਬ ਪਾਰ ਜਨ ਕੀ ਅਰਦਾਸ, ਤੂੰ ਸੱਚਾ ਸਾਈਂ, ਤੂੰ ਰਖਵਾਲਾ ਸਦਾ ਸਦਾ, ਹੋਂ ਤੁਧ ਤੇ ਆਏ, ਜੀ ਜੰਤ ਸਭ ਤੇਰਿਆ, ਤੂੰ ਰਹਾ ਸਮਾਏ,
जो दास तेरे की निंदा करे, तिस मार बचाए। चिंता छड अचिंत रहो, नानक लग पाए। चिंता छड अचिंत रहो, नानक लग पाए। ਸੋ ਪ੍ਰਭੂ ਦੇ ਅੱਗੇ ਅਰਦਾਸ ਕਰੀਏ ਤਾਂ ਉਹ ਸਦਾ ਸਦਾ ਰਖਵਾਲਾ ਹੈ, ਸਾਰੇ ਜੀ ਜੰਤ ਨੂੰ ਉਹ ਪਾਲਣਾ ਕਰਦਾ ਹੈ, ਸਭ ਦੇ ਅੰਦਰ ਉਹਦੀ ਜੋਤ ਸਮਾਈ ਹੋਈ ਹੈ। ਜੋ ਉਸ ਪ੍ਰਭੂ ਦੇ ਦਾਸਾਂ ਦੀ ਨਿੰਦਾ ਕਰਦਾ ਹੈ ਉਹ ਉਹਨਾਂ ਨੂੰ ਆਪ ਸਿੱਝ ਲੈਂਦਾ ਹੈ, ਉਹਨਾਂ ਨੂੰ ਮਾਰ ਮੁਕਾਉਂਦਾ ਹੈ। ਸੋ ਇਸ ਲਈ ਇਹ ਜੀਵ ਤੂੰ ਚਿੰਤਾ ਛੱਡ ਤੇ ਅਚਿੰਤ ਹੋ ਜਾ, ਉਸ ਪ੍ਰਭੂ ਦੀ ਸ਼ਰਨ ਵਿੱਚ ਪੈ ਕੇ, ਫਿਰ ਤੈਨੂੰ ਕਿਸੇ ਗੱਲ ਦੀ ਕੋਈ ਫਿਕਰ ਨਹੀਂ ਹੈ। ਜਦੋਂ ਪਰਮਾਤਮਾ ਹੀ ਸਾਰੇ ਕੰਮਾਂ ਦੀ ਸੰਭਾਲ ਕਰ ਰਿਹਾ ਹੈ ਤਾਂ ਉਹਨੂੰ ਮੇਰੇ ਪਾਸੋਂ ਕਿਸੇ ਸਲਾਹ ਦੀ ਲੋੜ ਨਹੀਂ ਹੈ, ਉਹ ਸਭ ਕੁਝ ਠੀਕ ਹੀ ਕਰੇਗਾ। ਇਸ ਯਕੀਨ ਨੂੰ ਮਨ 'ਚ ਰੱਖੋ ਤੇ ਮਨ 'ਚੋਂ ਚਿੰਤਾ ਨੂੰ ਦੂਰ ਕਰ ਦਿਓ। ਆਓ ਅੰਤ ਦੇ ਵਿੱਚ ਇਸ ਸਾਰੀ ਵਿਚਾਰ ਦਾ ਜੋ ਨਿਚੋੜ ਹੈ ਉਹਨੂੰ ਇੱਕ ਵਾਰੀ ਫਿਰ ਦੁਹਰਾ ਰਹੀਏ ਕਿ ਇਸ ਚਿੰਤਾ ਤੋਂ ਛੁਟਕਾਰਾ ਪਾਉਣ ਵਾਸਤੇ ਅਸੀਂ ਜੋ ਕੁਝ ਅੱਜ ਵਿਚਾਰਿਆ ਹੈ ਉਹ ਇਨ ਬਰੀਫ ਕੀ ਹੈ। Learn to live in the present and accept God's will gracefully. ਭੂਤਕਾਲ ਦੀਆਂ ਯਾਦਾਂ ਤੇ ਵਰਤਮਾਨ ਤੇ ਭਵਿੱਖਤ ਕਾਲ ਦੇ ਫਿਕਰਾਂ ਤੋਂ ਆਪਣੇ ਆਪ ਨੂੰ ਬਚਾਓ। ਵਰਤਮਾਨ ਵਿੱਚ ਜੀਣਾ ਸਿੱਖੋ। ਸਿਰ ਧਰ ਮਨ ਕਰੇ ਸ਼ੁਕਰਾਨ। ਕਾਰਨ ਕਰਤਾ ਜੋ ਕਰੇ, ਸਿਰ ਧਰ ਮਨ ਕਰੇ ਸ਼ੁਕਰਾਨ। ਵਰਤਮਾਨ ਵਿੱਚ ਵਰਤੋ। ਦੂਜੀ ਗੱਲ, hope for the best but be prepared for the worst. ਜੇ ਤੁਸੀਂ ਆਪਣੇ ਮਨ ਨੂੰ ਤਿਆਰ ਕਰ ਲਵੋ ਮਾੜੀ ਤੋਂ ਮਾੜੀ ਹਾਲਾਤ ਵਾਸਤੇ, ਫਿਰ ਉਦੋਂ ਮਗਰੋਂ ਜੋ ਹੋਏਗਾ ਉਸ ਤੋਂ ਬਿਹਤਰ ਹੀ ਹੋਏਗਾ। ਇਸ ਲਈ ਚੰਗੇ ਦੀ ਉਮੀਦ ਕਦੀ ਨਾ ਛੱਡੋ, ਪਰ ਮਾੜੇ ਵਾਸਤੇ ਤਿਆਰ ਜ਼ਰੂਰ ਰਹੋ। ਤੇ ਜਦੋਂ ਚਿੰਤਾ ਆ ਹੀ ਜਾਵੇ ਤਾਂ ਉਹਦੇ ਨਾਲ ਸਿੱਝਣ ਵਾਸਤੇ ਕੀ ਤਰੀਕਾ ਹੈ? ਐਨਾਲਾਈਜ਼ ਦੀ ਸਿਚੁਏਸ਼ਨ, ਐਕਸੈਪਟ ਦੀ ਵਰਸਟ ਐਂਡ ਦੈਨ ਟਰਾਈ ਟੂ ਇੰਪਰੂਵ ਔਨ ਦੀ ਵਰਸਟ। ਚਿੰਤਾ ਤੋਂ ਬਚਣ ਵਾਸਤੇ ਕੁਝ ਜੋ ਨੇਕ ਰਾਏ ਮਹਾਰਾਣਾ ਨੇ ਦਿੱਤੀਆਂ ਹਨ। ਡੂ ਨਾਟ ਸਟੇ ਆਈਡਲ, ਕੀਪ ਬਿਜ਼ੀ। ਵਿਹਲੇ ਨਾ ਰਹੋ, ਆਪਣੇ ਆਪ ਨੂੰ ਕੰਮਾਂ ਦੇ ਵਿੱਚ ਰੁਝਾਈ ਰੱਖੋ। ਪੁਰਾਣੇ ਜ਼ਮਾਨੇ ਦੇ ਲੋਕਾਂ ਦਾ ਇੱਕ ਅਖਾਣ ਸੀਗਾ ਕਿ ਵਿਹਲਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈ। ਉਹ ਇਸ ਸ਼ੈਤਾਨ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ। ਫਿਰ ਈਰਖਾ ਦੇ ਰੋਗ ਤੋਂ, ਈਰਖਾ ਦੀ ਚਿੰਤਾ ਤੋਂ ਬਚਣ ਵਾਸਤੇ ਲਰਨ ਟੂ ਲਿਵ ਵਿਦਿਨ ਯੂਅਰ ਮੀਨਸ। ਜਿੰਨੀ ਰੱਬ ਨੇ ਚਾਦਰ ਦਿੱਤੀ ਹੈ ਉਹਦੇ ਅੰਦਰ ਹੀ ਪੈਰ ਪਸਾਰੋ। ਫਿਰ ਵੀ ਕੋਈ ਚਿੰਤਾ ਆ ਜਾਵੇ ਤਾਂ ਉਸ ਚਿੰਤਾ ਨੂੰ ਆਪਣੇ ਆਪ ਨੂੰ ਬਰਬਾਦ ਨਾ ਕਰਨ ਦਿਓ। ਪੁੱਟ ਅ ਸਟਾਪ ਲਾਸ ਔਨ ਯੂਅਰ ਵਰੀਜ਼। ਇੱਕ ਹੱਦ ਤੱਕ ਨੁਕਸਾਨ ਬਰਦਾਸ਼ਤ ਕਰੋ, ਉਸ ਤੋਂ ਉੱਤੇ ਉਸ ਸਿਚੁਏਸ਼ਨ ਚੋਂ ਬਾਹਰ ਨਿਕਲਣ ਵਾਸਤੇ ਜ਼ਰੂਰ ਯਤਨ ਕਰੋ। ਔਰ ਜੇ ਨੁਕਸਾਨ ਸਹਾਰ ਕੇ ਬਾਹਰ ਨਿਕਲਣਾ ਪੈਂਦਾ ਹੈ ਤਾਂ ਉਸ ਨੁਕਸਾਨ ਨੂੰ ਐਕਸੈਪਟ ਕਰ ਲਓ। ਬਦਲੇ ਦੀ ਭਾਵਨਾ ਨਾ ਰੱਖੋ। ਡੂ ਨਾਟ ਟਰਾਈ ਟੂ ਗੈਟ ਈਵਨ। ਬਦਲੇ ਦੀ ਭਾਵਨਾ ਦੂਜੇ ਬੰਦੇ ਦਾ ਨੁਕਸਾਨ ਘੱਟ ਕਰਦੀ ਹੈ, ਤੁਹਾਡਾ ਆਪਣਾ ਨੁਕਸਾਨ ਜ਼ਿਆਦਾ ਕਰਦੀ ਹੈ। ਇਸੇ ਤਰ੍ਹਾਂ ਹੀ ਦੂਜਿਆਂ ਦੀ ਭਲਾਈ ਜੋ ਕਰਦੇ ਹੋ ਉਹ ਜ਼ਰੂਰ ਤੁਹਾਡੇ ਕੱਲ ਨੂੰ ਹਾਲਾਤ ਐਸੇ ਬਣ ਜਾਂਦੇ ਹਨ ਕਿ ਪ੍ਰਮਾਤਮਾ ਵੱਲੋਂ ਤੁਹਾਡਾ ਭਲਾ ਹੁੰਦਾ ਹੈ। ਡੂ ਸਮ ਗੁੱਡ ਟੂ ਅਦਰਸ, ਗੁੱਡ ਡੀਡਸ ਕਮ ਅਰਾਊਂਡ। ਔਰ ਅੰਤ ਵਿੱਚ ਇਸ ਸਭ ਕੁਝ ਵਿੱਚ ਸਫਲਤਾ ਵਾਸਤੇ ਪ੍ਰੇ ਟੂ ਗੋਡ। ਪਰਮਾਤਮਾ ਅੱਗੇ ਅਰਦਾਸ ਕਰੋ। ਮੋਰ ਥਿੰਗਸ ਆਰ ਅਚੀਵਡ ਬਾਈ ਪ੍ਰੇਅਰਸ ਦੈਨ ਐਨੀਵਨ ਕੈਨ ਐਵਰ ਇਮੈਜਿਨ। ਸਾਡੀ ਸੋਚ ਵਿੱਚ ਵੀ ਨਹੀਂ ਉਹ ਆ ਸਕਦੀਆਂ ਉਹ ਗੱਲਾਂ, ਉਹ ਸਫਲਤਾਵਾਂ, ਉਹ ਪ੍ਰਾਪਤੀਆਂ ਜੋ ਅਰਦਾਸ ਦੇ ਰਾਹੀਂ ਸਾਨੂੰ ਮਿਲ ਸਕਦੀਆਂ। ਜੋ ਅਰਦਾਸ ਦੀਆਂ ਬਰਕਤਾਂ ਹਨ, ਇਹ ਇੱਕ ਪੂਰਾ ਵੱਖਰਾ ਵਿਸ਼ਾ ਹੈ ਜਿਹਦੇ ਬਾਰੇ ਅਸੀਂ ਇੱਕ ਹੋਰ ਪ੍ਰੈਜੈਂਟੇਸ਼ਨ ਬਣਾਈ ਹੋਈ ਹੈ, ਅਰਦਾਸ ਦੀਆਂ ਬਰਕਤਾਂ। ਅਸੀਂ ਸੋਚ ਵੀ ਨਹੀਂ ਸਕਦੇ ਕਿ ਅਰਦਾਸ ਤੇ ਕਿੰਨੀ ਤਾਕਤ ਹੈ ਔਰ ਸਾਡੀ ਸੋਚ ਤੋਂ ਕਿਤੇ ਜ਼ਿਆਦਾ ਬਖਸ਼ਿਸ਼ਾਂ ਬਰਕਤਾਂ ਸਾਨੂੰ ਅਰਦਾਸ ਦੇ ਰਾਹੀਂ ਪ੍ਰਾਪਤ ਹੋ ਸਕਦੀਆਂ ਹਨ। ਸੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਪੇਸ਼ੈਂਸ ਰੱਖ ਕੇ ਇਸ ਸਾਰੀ ਵਿਚਾਰ ਨੂੰ ਸੁਣਿਆ ਹੈ। ਅੰਤ ਵਿੱਚ ਆਓ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।